ਹੈਲੋ ਸਾਰੇ ਭੈਣ ਭਰਾਵਾਂ ਨੂੰ ਬਹੁਤ ਹੀ ਪਿਆਰ ਭਰੀ ਜੈ ਮਸੀਹ ਦੀ ਕਬੂਲ ਕਰੋ। ਮੈਂ ਪਰਮੇਸ਼ਵਰ ਦੀ ਦਾਸੀ ਤੁਹਾਡੀ ਭੈਣ ਗੁਰਸ਼ਰਨ ਕੌਰ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਮੈਂ ਯਕੀਨ ਕਰਦੀ ਹਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਬਿਲਕੁਲ ਰਾਜੀ ਖੁਸ਼ ਹੋਵੋਗੇ। ਪਰਮੇਸ਼ਵਰ ਨੇ ਤੁਹਾਨੂੰ ਸੰਭਾਲ ਕੇ ਰੱਖਿਆ ਸੀ, ਇਸ ਲਈ ਪ੍ਰਭੂ ਜੀ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਪ੍ਰਭੂ ਜੀ ਨੂੰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਧੰਨਵਾਦ ਕਹਿੰਦੇ ਅਸੀਂ ਪਰਮੇਸ਼ਵਰ ਜੀ ਨੂੰ ਕਿ ਉਹਨਾਂ ਨੇ ਸਾਡੇ ਸਾਰੇ ਭੈਣ ਭਰਾਵਾਂ ਨੂੰ ਅਤੇ ਸਾਨੂੰ ਅੱਜ ਤੱਕ ਸੰਭਾਲਿਆ। ਇਹ ਸੱਚਮੁੱਚ ਪਰਮੇਸ਼ਵਰ ਜੀ ਦੀ ਕਿਰਪਾ ਹੈ, ਕਿਉਂਕਿ ਕੋਈ ਮਨੁੱਖ ਆਪਣੀ ਇੱਛਾ ਦੇ ਨਾਲ ਨਹੀਂ, ਆਪਣੀ ਔਕਾਤ ਨਾਲ ਨਹੀਂ, ਆਪਣੇ ਧਨ ਨਾਲ ਨਹੀਂ, ਆਪਣੇ ਜ਼ੋਰ ਨਾਲ ਨਹੀਂ, ਪਰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਜੀਂਦਾ ਹੈ। ਹਾਲੇਲੂਇਆ। ਸੋ ਆਪਾਂ ਦੇਖਦੇ ਹੀ ਹਾਂ ਸਮੇਂ ਕਿੰਨੇ ਖਰਾਬ ਚੱਲਦੇ ਆ, ਪਰ ਫਿਰ ਵੀ ਪਰਮੇਸ਼ਵਰ ਤੁਹਾਡੀਆਂ ਤੇ ਸਾਡੀਆਂ ਸਾਰੇ ਪ੍ਰਕਾਰ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਰਹੇ ਆ। ਤਾਂ ਇਹ ਪਰਮੇਸ਼ਵਰ ਦਾ ਅਦਭੁਤ ਪ੍ਰੇਮ ਆ, ਬਹੁਤ ਗੂੜਾ ਪ੍ਰੇਮ ਆ ਪਰਮੇਸ਼ਵਰ ਦਾ ਮਨੁੱਖ ਦੇ ਨਾਲ। ਤੇ ਅੱਜ ਕ੍ਰਿਸਚੀਅਨ ਕਿਡਸ ਚੈਨਲ ਦੇ ਉੱਤੇ ਜਿਹੜੀ ਵੀਡੀਓ ਬੱਚੇ ਪਾਉਂਦੇ ਆ, ਉਸ ਚੈਨਲ ਦੇ ਉੱਤੇ ਅੱਜ ਮੇਰੀ ਇਹ ਵੀਡੀਓ ਜਿਹੜੀ ਆ ਉਹ ਬੱਚਿਆਂ ਦੇ ਲਈ ਆਈ ਆ। ਸੋ ਅੱਜ ਦੀ ਇਸ ਵੀਡੀਓ ਦੇ ਰਾਹੀਂ ਆਪਾਂ ਵੈਰੀ ਦਾ ਇੱਕ ਏਜੰਡਾ ਆ, ਅਸੀਂ ਉਹਨੂੰ ਅੰਡਰਸਟੈਂਡ ਕਰਨਾ ਆ। ਤੇ ਅੱਜ ਦੀ ਜਿਹੜੀ ਵੀਡੀਓ ਆ ਉਹ ਯੂਥ ਦੇ ਲਈ ਆ, ਉਹ ਬੱਚਿਆਂ ਦੇ ਲਈ ਆ, ਨੌਜਵਾਨਾਂ ਦੇ ਲਈ ਆ। ਤੇ ਅੱਜ ਆਪਾਂ ਜਿਹੜਾ ਏਜੰਡਾ ਵੈਰੀ ਨੇ ਕ੍ਰਿਸਚੀਅਨ ਨਿਆਣਿਆਂ ਦੇ ਲਈ ਬਣਾਇਆ ਹੈ, ਯੂਥ ਦੇ ਲਈ ਬਣਾਇਆ ਹੈ, ਅੱਜ ਆਪਾਂ ਉਸ ਏਜੰਡੇ ਨੂੰ ਅੰਡਰਸਟੈਂਡ ਕਰਨਾ ਆ। ਔਰ ਬਹੁਤ ਜ਼ਿਆਦਾ ਜ਼ਰੂਰੀ ਆ, ਬਹੁਤ ਜ਼ਿਆਦਾ ਜ਼ਰੂਰੀ ਆ। ਮੈਂ ਕਈ ਦਿਨਾਂ ਤੋਂ ਇਸ ਚੀਜ਼ ਲਈ ਸੋਚ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਯੂਥ ਤੱਕ ਮੈਸੇਜ ਜਿਹੜਾ ਉਹ ਪਹੁੰਚਾਇਆ ਜਾਵੇ, ਪਰ ਇਹੀ ਸਭ ਤੋਂ ਸੌਖਾ ਰਾਹ ਆ ਕਿ ਅਸੀਂ YouTube ਵੀਡੀਓ ਦੇ ਰਾਹੀਂ ਆਪਾਂ ਇਸ ਜਿਹੜਾ ਮੈਸੇਜ ਆ ਜਾਂ ਜਿਹੜਾ ਬਚਣ ਦਾ ਰਸਤਾ ਕਹਿ ਲਓ ਜਾਂ ਵੈਰੀ ਦਾ ਜਿਹੜਾ ਏਜੰਡਾ ਆ ਉਹਨੂੰ ਸਮਝਣ ਦਾ ਤਰੀਕਾ ਕਹਿ ਸਕਦੇ ਆ। ਤਾਂ ਇਹੀ ਈਜ਼ੀਐਸਟ ਵੇ ਆ। ਤੇ ਅੱਜ ਆਪਾਂ ਉਹ ਅੰਡਰਸਟੈਂਡ ਕਰਨਾ ਆ, ਸਮਝਣਾ ਆ ਕਿ ਉਹ ਕਿਹੜੀ ਚਾਲ ਬਣਾਈ ਆ, ਉਹਨੇ ਕੀ ਸਾਰੀਆਂ ਕਿੱਦਾਂ ਦਾ ਉਹਨੇ ਜਾਲ ਵਿਛਾਇਆ, ਪਲਾਨ ਕੀ ਆ ਉਹਦਾ। ਕਿਉਂਕਿ ਦੇਖੋ ਜਿਹੜਾ ਵੈਰੀ ਆ, ਵਚਨ ਦੇ ਵਿੱਚ ਵੀ ਲਿਖਿਆ ਕਿ ਉਹ ਰੱਜ ਕੇ ਚਲਾਕ ਆ, ਬਹੁਤ ਚਲਾਕ ਆ, ਉਹ ਝੂਠਾ ਆ, ਉਹ ਧੋਖੇਬਾਜ਼ ਆ। ਤਾਂ ਮਤਲਬ ਸਾਰੀਆਂ ਜਿੰਨੀਆਂ ਹੀ ਨੌਨਸੈਂਸ ਚੀਜ਼ਾਂ ਆ ਉਹ ਸਾਰੀਆਂ ਉਹਦੇ ਵਿੱਚ ਆ, ਜਿੰਨੇ ਪਾਪ ਆ ਸਾਰੇ ਉਹਦੇ ਵਿੱਚ ਆ। ਔਰ ਹਰ ਤਰੀਕੇ ਦੇ ਨਾਲ ਉਹਦੀ ਹਰ ਸੰਭਵ ਕੋਸ਼ਿਸ਼ ਆ ਕਿ ਉਹ ਕਿਸ ਨਾ ਕਿਸ ਤਰੀਕੇ ਦੇ ਨਾਲ ਜਿਹੜਾ ਕ੍ਰਿਸਚੀਅਨ ਯੂਥ ਆ, ਜਿਹੜੇ ਕ੍ਰਿਸਚੀਅਨ ਕਿਡਸ ਆ, ਉਹਨਾਂ ਨੂੰ ਕਿੱਦਾਂ ਉਹ ਖਰਾਬ ਕਰੇ। ਕਿਉਂਕਿ ਦੇਖੋ ਜਿਹੜਾ ਵੈਰੀ ਆ ਉਹਦਾ ਕੰਮ ਆ ਚੋਰੀ ਕਰਨਾ। ਤੇ ਜਦੋਂ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਵੀ ਦੇਖਦੇ ਆ ਤੇ ਉਹਦੇ ਵਿੱਚ ਵੀ ਲਿਖਿਆ ਚੋਰ ਆਉਂਦਾ ਆ ਚੋਰੀ ਕਰਨ ਦੇ ਲਈ, ਪਾੜਨ ਦੇ ਲਈ ਤੇ ਨਾਸ਼ ਕਰਨ ਦੇ ਲਈ। ਪਰ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੈਂ ਆਇਆ ਚੋਖਾ ਜੀਵਨ ਦੇਣ ਦੇ ਲਈ, ਹੈ ਨਾ। ਤਾਂ ਪ੍ਰਭੂ ਯਿਸੂ ਮਸੀਹ ਸਾਨੂੰ ਬਚਾਉਣ ਦੇ ਲਈ ਆਏ ਆ, ਚੋਖਾ ਜੀਵਨ ਦੇਣ ਦੇ ਲਈ ਆਏ ਆ। ਪਰ ਵੈਰੀ ਦਾ ਕੀ ਕੰਮ ਆ? ਵੈਰੀ ਕੀ ਕਰਨਾ ਹੁੰਦਾ? ਵੈਰੀ ਚੋਰ ਆ, ਉਹ ਚੋਰੀ ਕਰਦਾ ਆ, ਤੁਹਾਡੀ ਖੁਸ਼ੀ ਦੀ ਚੋਰੀ ਕਰਦਾ, ਤੁਹਾਡੀ ਸ਼ਾਂਤੀ ਦੀ ਚੋਰੀ ਕਰਦਾ, ਤੁਹਾਡੀ ਹੈਲਥ ਦੀ ਚੋਰੀ ਕਰਦਾ ਆ, ਤੁਹਾਡੇ ਧਨ ਦੀ ਚੋਰੀ ਕਰਦਾ ਆ, ਤੁਹਾਡੀ ਸਿਹਤ ਦੀ ਚੋਰੀ ਕਰਦਾ ਆ। ਤਾਂ ਪਤਾ ਨਹੀਂ ਕਿਹੜੇ ਕਿਹੜੇ ਤਰੀਕੇ ਦੇ ਨਾਲ ਉਹ ਚੋਰੀਆਂ ਕਰਦਾ। ਕਈ ਵਾਰੀ ਉਹ ਅਕਲ ਦੀ ਚੋਰੀ ਕਰ ਲੈਂਦਾ ਆ। ਤਾਂ ਵੈਰੀ ਦਾ ਕੰਮ ਆ ਚੋਰੀ ਕਰਨਾ, ਨਾਸ਼ ਕਰਨਾ। ਪਰ ਉਹ ਜਿਹੜਾ ਨਾਸ਼ ਕਰਨ ਵਾਲਾ ਆ ਉਹਦੇ ਤੋਂ ਬਚਾਉਣ ਦੇ ਲਈ ਵੀ ਕੋਈ ਆਇਆ। ਔਰ ਬਾਈਬਲ ਸਾਨੂੰ ਉਹ ਨਾਮ ਦੱਸਦਾ ਆ, ਪ੍ਰਭੂ ਯਿਸੂ ਮਸੀਹ ਜੀ। ਪ੍ਰਭੂ ਯਿਸੂ ਮਸੀਹ ਸਾਨੂੰ ਚੋਖਾ ਜੀਵਨ ਦੇਣ ਦੇ ਲਈ ਆਏ ਔਰ ਵੈਰੀ ਦੇ ਹੱਥਾਂ 'ਚੋਂ ਛੁਡਾਉਣ ਦੇ ਲਈ ਆਏ। ਔਰ ਜਿਹੜਾ ਚੋਰ ਆ ਉਹ ਕਿਹੜੀਆਂ ਚੀਜ਼ਾਂ ਚੋਰੀ ਕਰਦਾ ਆ? ਅਗਰ ਤੁਹਾਡੇ ਘਰ ਦੇ ਵਿੱਚ ਸੋਨਾ ਪਿਆ ਆ ਤੇ ਘਾਹ ਫੂਸ ਪਿਆ ਆ, ਤਾਂ ਵੈਰੀ ਚੋਰ ਜਿਹੜਾ ਹੈ ਉਹ ਕਿਹੜੀ ਚੀਜ਼ ਚੱਕ ਕੇ ਲੈ ਕੇ ਜਾਊਗਾ? ਓਬਵੀਅਸਲੀ ਉਹ ਸੋਨਾ ਹੀ ਚੱਕ ਕੇ ਲੈ ਕੇ ਜਾਊਗਾ। ਤੁਸੀਂ ਖਬਰਾਂ ਦੇ ਵਿੱਚ ਦੇਖੋ ਜਦੋਂ ਚੋਰੀਆਂ ਹੁੰਦੀਆਂ ਆ ਤਾਂ ਕਿਹੜੀਆਂ ਚੀਜ਼ਾਂ ਦੀ ਚੋਰੀ ਹੁੰਦੀ? ਉਹ ਕਹਿੰਦੇ ਜੀ ਸਾਡਾ ਪੈਸਾ ਚੱਕਿਆ ਗਿਆ, ਸਾਡੇ ਕੀਮਤੀ ਚੀਜ਼ਾਂ ਚੱਕੀਆਂ ਗਈਆਂ,
ਵੈਲਿਊਏਬਲ ਚੀਜ਼ਾਂ, ਜਿੱਦਾਂ ਕੋਈ ਦੀ ਸਕਰੀਨ ਚੋਰੀ ਹੋ ਗਈ, ਕਿਸੇ ਦਾ ਲੈਪਟਾਪ ਮੋਬਾਈਲ ਚੋਰੀ ਹੋ ਗਏ, ਐਂਡ ਗਹਿਣੇ ਚੋਰੀ ਹੋ ਗਏ, ਅਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਚੋਰੀ ਕਰਦੇ ਆ ਚੋਰ। ਇਸੇ ਤਰ੍ਹਾਂ ਜਿਹੜਾ ਦੁਸ਼ਟ ਆ ਉਹ ਇੱਕ ਬਹੁਤ ਵੱਡਾ ਅਤੇ ਸ਼ਾਤਿਰ ਚੋਰ ਆ, ਔਰ ਉਹ ਵੀ ਕੀਮਤੀ ਚੀਜ਼ ਨੂੰ ਚੋਰੀ ਕਰਦਾ ਆ। ਜਿਹੜੀ ਰਹਿੰਦ ਖੂੰਹਦ ਆ ਉਹਦੇ ਨਾਲ ਉਹਨੂੰ ਕੋਈ ਸਰੋਕਾਰ ਨਹੀਂ ਆ, ਉਹਦੇ ਨਾਲ ਉਹਨੂੰ ਕੋਈ ਮਤਲਬ ਨਹੀਂ ਆ। ਅੱਜ ਦਾ ਮੈਸੇਜ ਬੱਚਿਓ ਬਹੁਤ ਹੀ ਇੰਟਰਸਟਿੰਗ ਆ ਅਤੇ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਆ, ਤੁਹਾਡੀ ਲਾਈਫ ਦੇ ਵਿੱਚ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਮੇਰੇ ਖਿਆਲ 'ਚ ਜੇ ਤੁਸੀਂ ਇਹਨੂੰ ਧਿਆਨ ਨਾਲ ਸੁਣੋਗੇ ਤਾਂ ਤੁਸੀਂ ਵੈਰੀ ਨੇ ਜਿਹੜਾ ਇੱਕ ਆਪਣਾ ਏਜੰਡਾ ਬਣਾਇਆ ਆ, ਜੋ ਉਹਨੇ ਪਲੈਨਿੰਗ ਕੀਤੀ ਆ, ਜੋ ਕਰਨਾ ਚਾਹੁੰਦਾ, ਜੋ ਉਹਨੇ ਟਾਰਗੇਟ ਸੈੱਟ ਕੀਤਾ ਆ, ਅਤੇ ਤੁਸੀਂ ਉਹਨੂੰ ਸਮਝ ਲਓਗੇ ਅਤੇ ਤੁਸੀਂ ਬਚਾਏ ਜਾਓਗੇ। ਔਰ ਮੇਰੀ ਪ੍ਰੇਅਰ ਵੀ ਇਹੀ ਆ ਕਿ ਤੁਸੀਂ ਬਚਾਏ ਜਾਵੋ। ਤਾਂ ਇਸ ਮੈਸੇਜ ਨੂੰ ਤੁਸੀਂ ਸ਼ੇਅਰ ਵੀ ਜ਼ਰੂਰ ਕਰਿਓ ਆਪਣੇ ਫਰੈਂਡਸ ਦੇ ਨਾਲ, ਸਪੈਸ਼ਲੀ ਕ੍ਰਿਸਚਨ ਯੂਥ ਦੇ ਨਾਲ ਜ਼ਰੂਰ ਇਸ ਮੈਸੇਜ ਨੂੰ ਸ਼ੇਅਰ ਕਰਿਓ। ਅਤੇ ਆਪਾਂ ਗੱਲ ਕਰਦੇ ਕਿ ਇਹ ਜਿਹੜਾ ਸ਼ਾਤਿਰ ਚੋਰ ਆ, ਦੁਸ਼ਟ ਆ, ਇਹਨੂੰ ਰਹਿੰਦ ਖੂੰਹਦ ਦੇ ਨਾਲ, ਇਹਨੂੰ ਸੁਆਹ ਦੇ ਨਾਲ, ਇਹਨੂੰ ਘਾਹ ਦੇ ਨਾਲ, ਇਹਨੂੰ ਪਰਾਲੀ ਦੇ ਨਾਲ, ਇਹਨੂੰ ਤੂੜੀ ਦੇ ਨਾਲ ਕੋਈ ਮਤਲਬ ਨਹੀਂ ਆ। ਇਹਨੂੰ ਮਤਲਬ ਆ ਕੀਮਤੀ ਚੀਜ਼ ਦੇ ਨਾਲ। ਔਰ ਕੀਮਤੀ ਚੀਜ਼ ਕੀ ਆ? ਜਦੋਂ ਮਾਤਾ ਪਿਤਾ ਪਰਮੇਸ਼ਵਰ ਨੂੰ ਮੰਨਣ ਵਾਲੇ ਹੋਣ ਤਾਂ ਉਹਨਾਂ ਦੇ ਬੱਚੇ ਆਪਣੇ ਮਾਤਾ ਪਿਤਾ ਕੋਲੋਂ ਚੰਗੀਆਂ ਚੀਜ਼ਾਂ ਸਿੱਖਦੇ ਆ। ਔਰ ਮਾਤਾ ਪਿਤਾ ਦੇ ਲਈ ਸਭ ਤੋਂ ਕੀਮਤੀ ਚੀਜ਼ ਕੀ ਆ? ਉਹਨਾਂ ਦੇ ਧੀਆਂ ਪੁੱਤਰ, ਉਹਨਾਂ ਦੇ ਬੱਚੇ ਸਭ ਤੋਂ ਵੱਧ ਕੀਮਤੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੁੰਦੇ ਆ। ਤਾਂ ਵੈਰੀ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹਨਾਂ ਦੀ ਕੀਮਤੀ ਚੀਜ਼ ਦੀ ਚੋਰੀ ਕਰਦਾ ਆ, ਵੈਰੀ ਹਮਲਾ ਕਰਦਾ ਉਹਨਾਂ ਮਸੀਹ ਲੋਕਾਂ ਦੇ ਧੀਆਂ ਪੁੱਤਰਾਂ ਦੇ ਉੱਤੇ। ਡਾਇਰੈਕਟਲੀ ਉਹਨਾਂ ਦੇ ਉੱਤੇ ਵੀ ਕਰਦਾ, ਪਰ ਉਹ ਸਟਰੋਂਗ ਹੁੰਦੇ ਆ, ਉਹ ਪ੍ਰਾਰਥਨਾ ਕਰਦੇ ਆ, ਔਰ ਉਹ ਛੇਤੀ ਦੀ ਨਹੀਂ ਵੈਰੀ ਦੀ ਚਾਲ ਨੂੰ ਸਮਝ ਲੈਂਦੇ ਆ। ਕਿਉਂਕਿ ਅਗਰ ਉਹ ਚਲਾਕ ਹੈ ਅਤੇ ਵਚਨ ਦੇ ਵਿੱਚ ਇਹ ਵੀ ਲਿਖਿਆ, ਤੁਸੀਂ ਕਬੂਤਰਾਂ ਵਰਗੇ ਭੋਲੇ ਅਤੇ ਸੱਪਾਂ ਵਰਗੇ ਹੁਸ਼ਿਆਰ ਵੀ ਰਹੋ। ਤਾਂ ਸਾਨੂੰ ਹੁਸ਼ਿਆਰ ਰਹਿਣ ਦੀ ਵੀ ਜ਼ਰੂਰਤ ਆ। ਤਾਂ ਉਹ ਲੋਕ ਜਿਹੜੇ ਸੱਚੇ ਮਸੀਹੀ ਆ, ਵੈਰੀ ਦੀਆਂ ਬਾਹਲੀਆਂ ਚਾਲਾਂ ਉਹਨਾਂ ਦੇ ਉੱਤੇ ਕਾਮਯਾਬ ਨਹੀਂ ਹੁੰਦੀਆਂ। ਪਰ ਜਿਹੜਾ ਕਮਜ਼ੋਰ ਆ, ਜਿਹੜਾ ਅਜੇ ਉਹਨਾਂ ਚੀਜ਼ਾਂ ਦਾ, ਉਹਨਾਂ ਪਲੈਨਿੰਗਸ ਨੂੰ ਅੰਡਰਸਟੈਂਡ ਨਹੀਂ ਕਰ ਸਕਦਾ, ਜਿਹੜਾ ਉਹਦੀਆਂ ਚਾਲਾਂ ਦਾ ਸਾਹਮਣਾ ਨਹੀਂ ਕਰ ਸਕਦਾ, ਅਤੇ ਜ਼ਰੂਰ ਵੈਰੀ ਉਹਨੂੰ ਹੀ ਇਸਤੇਮਾਲ ਕਰਦਾ ਆ ਉਹਦੇ ਮਾਤਾ ਪਿਤਾ ਨੂੰ ਦੁੱਖ ਦੇਣ ਦੇ ਲਈ, ਜਾਂ ਉਹਦੇ ਰਿਲੇਟਿਵ ਨੂੰ ਦੁੱਖ ਦੇਣ ਦੇ ਲਈ, ਜਿਹੜਾ ਉਹਦੇ ਨਾਲ ਸੰਬੰਧਿਤ ਆ। ਅਗਰ ਕਿਸੇ ਨੇ ਕਿਸੇ ਨੂੰ ਦੁੱਖ ਦੇਣਾ ਆ, ਉਹ ਡਾਇਰੈਕਟਲੀ ਨਹੀਂ ਦੇ ਪਾ ਰਿਹਾ, ਅਤੇ ਉਹਦੀ ਹਰ ਮੁਮਕਿਨ ਕੋਸ਼ਿਸ਼ ਹੁੰਦੀ ਕਿ ਇਹਦੀ ਵੀਕਨੈਸ ਕੀ ਆ, ਅਤੇ ਉਸ ਵੀਕਨੈਸ ਨੂੰ ਉਹ ਯੂਜ਼ ਕਰਦਾ ਆ ਉਹਨੂੰ ਦੁਖੀ ਕਰਨ ਦੇ ਲਈ। ਇਸੇ ਤਰੀਕੇ ਦੇ ਨਾਲ ਸ਼ੈਤਾਨ ਜਾਣਦਾ ਆ ਕਿ ਮਸੀਹੀ ਲੋਕਾਂ ਦੀ ਵੀਕਨੈਸ ਇਹਨਾਂ ਦੇ ਬੱਚੇ ਆ, ਇਹਨਾਂ ਦੇ ਧੀਆਂ ਪੁੱਤਰ ਆ। ਕਿਉਂ ਉਹ ਵੀਕਨੈਸ ਆ? ਉਹਨੂੰ ਲੱਗਦਾ ਵੀਕਨੈਸ ਆ, ਪਰ ਮੈਂ ਇੱਦਾਂ ਕਹਿੰਦੀ ਆ, ਉਹ ਸਾਡੀ ਸਟਰੈਂਥ ਆ। ਸਾਡੇ ਨਿਆਣੇ ਸਾਡੀ ਸਟਰੈਂਥ ਆ। ਸਾਡੇ ਜਿਹੜੇ ਨਿਆਣੇ ਆ, ਉਹ ਪਰਮੇਸ਼ਵਰ ਨੇ ਸਾਨੂੰ ਇੱਕ ਜਾਇਦਾਦ ਦਿੱਤੀ ਆ। ਪਰਮੇਸ਼ਵਰ ਨੇ ਸਾਨੂੰ ਇੱਕ ਖੇਤ ਦਿੱਤਾ, ਜਿਹਦੇ ਵਿੱਚ ਅਸੀਂ ਜੋ ਚੰਗਾ ਬੀਜ ਦੇਵਾਂਗੇ ਉਹ ਬਹੁਤਾਇਤ ਦੇ ਨਾਲ ਉੱਗਣਾ ਆ। ਤਾਂ ਵੈਰੀ ਇੱਦਾਂ ਸੋਚਦਾ ਕਿ ਉਹ ਵੀਕਨੈਸ ਆ, ਪਰ ਉਹ ਐਕਚੁਅਲ 'ਚ ਸਾਡੀ ਵੀਕਨੈਸ ਨਹੀਂ ਆ। ਪਰ ਅਗਰ ਉਹ ਕਿਸੇ ਦੀ ਲਾਈਫ ਦੇ ਵਿੱਚ ਉਹਦੇ ਬੱਚੇ ਉਹਦੀ ਵੀਕਨੈਸ ਆ, ਤਾਂ ਪਲੀਜ਼ ਉਹਨਾਂ ਬੱਚਿਆਂ ਨੂੰ ਆਪਣੀ ਸਟਰੈਂਥ ਬਣਾਓ, ਉਹਨਾਂ ਨੂੰ ਵੀਕਨੈਸ ਨਾ ਬਣਾਓ। ਉਹਨਾਂ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਗਾਈਡ ਕਰਨਾ ਕਿ ਉਹ ਤੁਹਾਡੀ ਸਟਰੈਂਥ ਬਣਨ। ਜਿਹੜੇ ਬੱਚੇ ਇਸ ਮੈਸੇਜ ਨੂੰ ਦੇਖ ਰਹੇ ਆ, ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਕਿ ਜਿਹੜਾ ਦੁਸ਼ਟ ਆ, ਜਿਹੜਾ ਵੈਰੀ ਆ, ਜਿਹੜਾ ਡੀਮਨ ਆ, ਸੈਟਨ ਆ, 3600 ਨਾਂ ਆ ਉਹਦੇ, ਤਾਂ ਉਹ ਕੋਸ਼ਿਸ਼ ਕਰਦਾ ਤੁਹਾਡੀ ਲਾਈਫ ਨੂੰ ਸਪੋਇਲ ਕਰਨ ਦੀ। ਕਿਉਂਕਿ ਤੁਸੀਂ ਇੱਕ ਕੀਮਤੀ ਚੀਜ਼ ਆ, ਤੁਸੀਂ ਸਾਡਾ ਫਿਊਚਰ ਆ, ਤੁਸੀਂ ਕ੍ਰਿਸਚੈਨਿਟੀ ਦਾ ਫਿਊਚਰ ਆ। ਤੁਸੀਂ ਅੱਗੇ ਲੈ ਕੇ ਜਾਣਾ ਕ੍ਰਿਸਚੈਨਿਟੀ ਨੂੰ, ਤੁਸੀਂ ਅੱਗੇ ਲੈ ਕੇ ਜਾਣਾ ਪ੍ਰਭੂ ਯਿਸੂ ਮਸੀਹ ਦੇ ਸੰਦੇਸ਼ ਨੂੰ। ਤੁਸੀਂ ਅੱਗੇ ਦੁਨੀਆ ਦੇ ਵਿੱਚ ਉਸ ਚੀਜ਼ ਨੂੰ ਪ੍ਰੂਵ ਕਰਨਾ ਕਿ ਜਿਹੜਾ ਵਚਨ ਦੇ ਵਿੱਚ ਲਿਖਿਆ, ਧਰਮੀ ਦੀ ਅੰਸ ਕੌਮਾਂ ਦੇ ਵਿੱਚ ਜਾਣੀ ਜਾਊਗੀ, ਤਾਂ ਤੁਸੀਂ ਉਹ ਅੰਸ ਆ ਜਿਹੜੀ ਕੌਮਾਂ ਦੇ ਵਿੱਚ ਜਾਣੀ ਜਾਏਗੀ। ਤਾਂ ਹੁਣ ਵੈਰੀ ਕੀਮਤੀ ਚੀਜ਼ ਨੂੰ ਚੋਰੀ ਕਰਦਾ ਹੈ, ਅਤੇ ਉਹ ਸਾਡੇ ਨਿਆਣਿਆਂ ਨੂੰ, ਸਾਡੇ ਕ੍ਰਿਸਚਨਸ ਜਿਹੜੇ ਯੂਥ ਆ,
ਉਹਨਾਂ ਦੇ ਉੱਤੇ ਉਹ ਜ਼ਬਰਦਸਤ ਉਹਨੇ ਇੱਕ ਪਲਾਨ ਬਣਾਇਆ ਕਿ ਮੈਂ ਕਿੱਦਾਂ ਨਾ ਕਿੱਦਾਂ ਇਹਨਾਂ ਨੂੰ ਜਿਹੜਾ ਆ ਖਰਾਬ ਕਰਾਂ। ਬਾਈਬਲ ਦੇ ਵਿੱਚ ਲਿਖਿਆ ਉਹ ਧਰਮੀ ਦੇ ਬੀਜ ਦੇ ਨਾਲ ਵੈਰ ਆ ਉਹਦਾ। ਤਾਂ ਮਾਈ ਡੀਅਰ ਕਿਡਸ, ਮੇਰੇ ਪਿਆਰੇ ਬੱਚਿਓ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਸੁਚੇਤ ਹੋਵੋ, ਬੀ ਅਵੇਅਰ। ਤੁਸੀਂ ਇੰਨੇ ਸੁਚੇਤ ਹੋ ਜਾਓ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਅੱਗੇ ਕੋਈ ਚਾਲ ਚੱਲ ਨਾ ਸਕੇ ਤੇ ਉਹਦੇ ਵਿੱਚ ਕਾਮਯਾਬ ਨਾ ਹੋ ਸਕੇ। ਉਹ ਕਿੱਦਾਂ ਕਿਹੜੇ ਰਾਹ ਨਾਲ ਆਉਂਦਾ, ਜਿਹੜੇ ਮੈਂ ਥੋੜ੍ਹੇ ਜਿਹੇ ਮੇਰੀ ਅੰਡਰਸਟੈਂਡਿੰਗ ਦੇ ਵਿੱਚ ਆ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਬਾਕੀ ਪਾਕ ਰੂਹ ਜ਼ਰੂਰ ਤੁਹਾਡੇ ਉੱਤੇ ਪ੍ਰਗਟ ਕਰਨ ਉਹਨਾਂ ਰਾਹਾਂ ਨੂੰ ਕਿ ਤੁਸੀਂ ਉਹਨਾਂ ਰਾਹਾਂ ਨੂੰ ਆਪਣੀ ਲਾਈਫ ਦੇ ਵਿੱਚ ਬੰਦ ਕਰ ਸਕੋ। ਸਭ ਤੋਂ ਪਹਿਲਾਂ ਉਹ ਸਾਡੀ ਲਾਈਫ ਦੇ ਵਿੱਚ ਐਂਟਰ ਕਰਦਾ ਮੋਬਾਈਲ ਦੇ ਰਾਹੀਂ। ਜਦੋਂ ਆਪਾਂ ਇੰਟਰਨੈਟ ਯੂਜ਼ ਕਰਦੇ ਹਾਂ ਉਹਦੇ ਵਿੱਚ ਜਦੋਂ ਪਹਿਲੇ ਆਪਾਂ ਅੱਛੀਆਂ ਚੀਜ਼ਾਂ ਦੇਖਣੀਆਂ ਸ਼ੁਰੂ ਕਰਦੇ ਹਾਂ, ਫਿਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗਲਤ ਚੀਜ਼ਾਂ ਦੇ ਬਾਰੇ ਵਿੱਚ ਜਿਹੜਾ ਹੈ ਉਹ ਆਪਣੇ ਦਿਮਾਗ ਦੇ ਵਿੱਚ ਪਾਉਣ ਲੱਗ ਜਾਂਦਾ। ਚੱਲ ਕੋਈ ਨਹੀਂ, ਤੂੰ ਫਲਾਨੀ ਚੀਜ਼ ਵੀ ਸਰਚ ਕਰਕੇ ਦੇਖ ਲੈ, ਚੱਲ ਕੋਈ ਨਹੀਂ 1 ਮਿੰਟ ਦੇ ਲਈ। ਫਿਰ ਅਗਰ ਤੁਸੀਂ ਨਹੀਂ ਸਰਚ ਕੀਤਾ, ਤੁਸੀਂ ਸਕਰੋਲ ਕਰ ਰਹੇ ਆ ਜਾਂ ਤੁਸੀਂ ਕੋਈ ਵੀਡੀਓ ਜਿਹੜੀ ਆ ਪਲੇ ਕੀਤੀ ਹੋਈ, ਇੱਕ ਅੱਛੀ ਖਾਸੀ ਵੀਡੀਓ ਪਲੇ ਕੀਤੀ ਹੈ, ਉਹਦੇ 'ਚ ਅਚਾਨਕ ਕੋਈ ਇਹੋ ਜਿਹੀ ਐਡਵਰਟਾਈਜ਼ ਆਉਂਦੀ ਆ ਕਿ ਤੁਸੀਂ ਉਹਦੇ 'ਚ ਜਿਹੜਾ ਆ ਤੁਹਾਡਾ ਉਹਦੇ 'ਤੇ ਇੱਕ ਫੋਕਸ ਜਿਹੜਾ ਆ ਉਹ ਹੋ ਜਾਂਦਾ ਆ, ਉਹਦੇ 'ਤੇ ਤੁਹਾਡਾ ਧਿਆਨ ਕੇਂਦਰਿਤ ਹੋ ਜਾਂਦਾ, ਰਾਈਟ। ਤਾਂ ਤੁਸੀਂ ਸੋਚਦੇ ਚੱਲ ਇਹਨੂੰ ਕਲਿੱਕ ਕਰ ਲੈਂਦੇ ਆ, 1 ਮਿੰਟ ਦੇ ਲਈ ਦੇਖ ਲੈਂਦੇ ਆ। ਉਹ 1 ਮਿੰਟ ਤੁਹਾਡੀ ਪੂਰੀ ਲਾਈਫ ਨੂੰ ਸਪੋਇਲ ਕਰ ਸਕਦਾ। ਤੁਹਾਨੂੰ ਇੱਦਾਂ ਹੀ ਲੱਗਣਾ 1 ਮਿੰਟ ਦੇਖਣ ਦੇ ਨਾਲ ਕੀ ਹੋਣਾ ਹੈ, ਉਹ ਜਿਹੜੀਆਂ ਮਸ਼ਹੂਰੀਆਂ ਆਉਂਦੀਆਂ ਆ। ਸੋ ਉਹ ਐਡਵਰਟਾਈਜ਼ ਨਹੀਂ ਆ, ਉਹ ਇੱਕ ਟਰੈਪ ਆ, ਉਹ ਇੱਕ ਜਾਲ ਆ। ਇਹਨਾਂ ਦਿਨਾਂ ਦੇ ਵਿੱਚ ਕਿਹੋ ਜਿਹੀਆਂ ਮਸ਼ਹੂਰੀਆਂ ਆ ਰਹੀਆਂ ਆ, ਮੈਨੂੰ ਮੂੰਹ ਨਾਲ ਕਹਿਣ ਤੋਂ ਸੰਗ ਆਉਂਦੀ ਆ। ਪਰ ਆਪਾਂ ਉਸ ਚੀਜ਼ ਨੂੰ ਸਮਝਣਾ ਆ, ਆਪਾਂ ਉਹਨਾਂ ਨੂੰ ਸਕਿਪ ਕਰਨਾ, ਆਪਾਂ ਨਹੀਂ ਉਹਨਾਂ ਦੇ ਵਿੱਚ ਇੰਟਰਸਟ ਲੈਣਾ, ਆਪਾਂ ਨਹੀਂ ਦੇਖਣੀਆਂ ਉਹ ਚੀਜ਼ਾਂ, ਚਾਹੇ ਉਹ ਕਿੰਨੀਆਂ ਵੀ ਇੰਟਰਸਟਿੰਗ ਕਿਉਂ ਨਾ ਹੋਣ, ਚਾਹੇ ਉਹ ਸਾਨੂੰ ਲੱਗਦਾ ਹੀ ਹੋਏ ਕਿ ਕੋਈ ਗੱਲ ਨਹੀਂ, ਇਹ ਗੁਨਾਹ ਨਹੀਂ ਹੈ, ਪਰ ਨਹੀਂ, ਉਹਨੇ ਇੱਦਾਂ ਹੀ ਰੂਪ ਧਾਰ ਕੇ ਆਉਣਾ। ਕਹਿੰਦਾ ਉਹ ਚਾਨਣ ਨਾਲ ਆਪਣੇ ਭੇਸ ਨੂੰ ਵਟਾ ਲੈਂਦਾ ਆ। ਉਹਨੇ ਜ਼ਰੂਰੀ ਨਹੀਂ ਆ ਕਾਲੇ ਰੰਗ ਦਾ ਰੋਬ ਪਾ ਕੇ ਆਉਣਾ, ਉਹਨੇ ਕਾਲੇ ਹੀ ਕੱਪੜੇ ਪਾ ਕੇ ਆਉਣਾ, ਚਿੱਟੇ ਕੱਪੜੇ ਪਾ ਕੇ ਵੀ ਆ ਸਕਦਾ ਆ। ਤਾਂ ਸਾਨੂੰ ਬੜਾ ਹੀ ਸੁਚੇਤ ਰਹਿਣਾ ਬੇਟਾ, ਆਪਾਂ ਉਸ ਚੀਜ਼ ਨੂੰ ਅੰਡਰਸਟੈਂਡ ਕਰਨਾ ਕਿ ਨਹੀਂ, ਇਹ ਸਾਡੇ ਲਈ ਨਹੀਂ ਆ, ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਣਾ। ਤੁਸੀਂ ਉਹ ਤੁਹਾਨੂੰ ਉਕਸਾਏਗਾ ਤੁਹਾਡੇ ਫਰੈਂਡਸ ਦੇ ਰਾਹੀਂ, ਉਹ ਤੁਹਾਨੂੰ ਵੀਡੀਓਜ਼ ਦੇ ਲਿੰਕ ਸੈਂਡ ਕਰਨਗੇ, ਉਹ ਤੁਹਾਨੂੰ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਆ ਖਰਾਬ ਚੀਜ਼ਾਂ, ਤੁਸੀਂ ਉਹਨਾਂ ਨੂੰ ਸਮਝ ਸਕਦੇ ਕਿਉਂਕਿ ਤੁਸੀਂ ਹੁਣ ਨੌਜਵਾਨ ਆ, ਤੁਸੀਂ ਸਾਡਾ ਅਪਡੇਟਡ ਵਰਜ਼ਨ ਆ। ਕਿਉਂਕਿ ਸਾਡਾ ਉਹਨਾਂ ਜਿਹੜੀ ਨਿਊ ਟੈਕਨੀਕ ਆ ਉਹਦੇ 'ਚ ਸਾਡਾ ਉਹਨਾਂ ਐਕਸਪੀਰੀਅੰਸ ਨਹੀਂ ਆ ਜਿੰਨਾ ਯੂਥ ਦਾ ਆ। ਤਾਂ ਤੁਸੀਂ ਉਸ ਚੀਜ਼ ਨੂੰ ਬਹੁਤ ਚੰਗੀ ਤਰੀਕੇ ਦੇ ਨਾਲ ਅੰਡਰਸਟੈਂਡ ਕਰ ਸਕਦੇ ਆ। ਤਾਂ ਤੁਹਾਡੇ ਫਰੈਂਡਸ ਨੇ ਤੁਹਾਨੂੰ ਲਿੰਕ ਭੇਜਣਾ ਕਿਉਂਕਿ ਉਹ ਉਸ ਲੈਵਲ 'ਤੇ ਨਹੀਂ ਆ ਜਿਸ ਲੈਵਲ 'ਤੇ ਤੁਸੀਂ ਆ। ਤਾਂ ਤੁਸੀਂ ਉਹਨਾਂ ਲਿੰਕਸ ਨੂੰ ਕਲਿੱਕ ਕਰੋਗੇ ਤਾਂ ਵੈਰੀ ਨੇ ਤੁਹਾਡੀਆਂ ਸੋਚਾਂ ਦੇ ਵਿੱਚ ਉਹ ਚੀਜ਼ਾਂ ਨੂੰ ਬੜੇ ਹੀ ਮਤਲਬ ਸੋਹਣੇ ਤਰੀਕੇ ਦੇ ਨਾਲ ਖੂਬਸੂਰਤ ਬਣਾ ਕੇ ਕਿ ਦੇਖਣ ਨਾਲ ਤਾਂ ਮੇਰਾ ਟਾਈਮ ਪਾਸ ਹੋ ਗਿਆ, ਮੈਂ ਤਾਂ ਪਹਿਲਾਂ ਉਦਾਸ ਸੀ, ਮੈਨੂੰ ਤਾਂ ਖੁਸ਼ੀ ਬੜੀ ਮਿਲੀ। ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੇ ਤੁਹਾਨੂੰ ਟਰੈਪ ਦੇ ਵਿੱਚ ਜਿਹੜਾ ਆ ਉਹ ਫਸਾ ਲੈਣਾ ਆ। ਤਾਂ ਇੱਕ ਤਾਂ ਇੰਟਰਨੈਟ ਜਿਹੜਾ ਆ ਇਹਦੇ ਰਾਹੀਂ, ਮੂਵੀਜ਼ ਦੇ ਰਾਹੀਂ, ਤਾਂ ਗੇਮਿੰਗ ਦੇ ਰਾਹੀਂ, ਗੇਮਸ ਦੇ ਰਾਹੀਂ, ਕਿਉਂਕਿ ਉਹ ਆਪ ਵੀ ਬਹੁਤ ਵੱਡਾ ਗੇਮਰ ਆ। ਤਾਂ ਉਹ ਗੇਮਸ ਦੇ ਰਾਹੀਂ ਜਿਹੜਾ ਆ ਉਹ ਯੂਥ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਕਿ ਤੁਹਾਡਾ ਪੈਸਾ, ਤੁਸੀਂ ਪੈਸਾ ਸਪੈਂਡ ਕਰਦੇ ਹੋ, ਉਹਦੇ ਵਿੱਚ ਤੁਸੀਂ ਅਸਲੀ ਦੇ ਧਨ ਦੇ ਨਾਲ ਨਕਲੀ ਦੀਆਂ ਚੀਜ਼ਾਂ ਗੇਮਸ ਦੇ ਵਿੱਚ ਖਰੀਦਦੇ ਆ, ਔਰ ਅਸਲੀ ਦੇ ਧਨ ਦੇ ਬਦਲੇ ਤੁਹਾਨੂੰ ਨਕਲੀ ਦਾ ਧਨ ਉਹਦੇ ਵਿੱਚ ਜਿਹੜਾ ਆ ਤੁਸੀਂ ਗੇਨ ਕਰਦੇ ਆ, ਤੁਸੀਂ ਉਹਦੇ 'ਚ ਇਕੱਠਾ ਕਰਦੇ ਆ। ਪਰ ਕੀ ਅਗਰ ਉਹ ਜਿਹੜਾ ਧਨ ਤੁਸੀਂ ਗੇਮਸ ਦੇ ਵਿੱਚ ਇਕੱਠਾ ਕਰਦੇ ਆ ਕਿ ਮੇਰੇ ਕੋਲ ਜੀ ਇੰਨੇ ਪੁਆਇੰਟਸ ਹੋ ਗਏ, ਮੇਰੇ ਕੋਲ ਇੰਨੇ ਪੈਸੇ ਹੋ ਗਏ, ਮੇਰੇ ਕੋਲ ਇੰਨੇ ਸਕੋਰ ਹੋ ਗਏ, ਤੁਸੀਂ ਉਹਦੇ ਵਿੱਚ ਕੀ ਖਰੀਦਦੇ ਹੋ? ਨਕਲੀ ਧਨ ਦੇ ਨਾਲ ਨਕਲੀ ਚੀਜ਼ਾਂ ਖਰੀਦਦੇ ਆ। ਪਰ ਉਹ ਨਕਲੀ ਚੀਜ਼ਾਂ ਖਰੀਦਣ ਲਈ ਪਹਿਲਾਂ ਤੁਹਾਨੂੰ ਆਪਣਾ ਅਸਲੀ ਪੈਸਾ ਲਾਉਣਾ ਪੈਂਦਾ ਆ। ਅਗਰ ਤੁਹਾਨੂੰ ਅਚਾਨਕ ਜ਼ਰੂਰਤ ਪੈ ਜੇ ਪੈਸੇ ਦੀ ਤੁਹਾਡੀ ਲਾਈਫ ਦੇ ਵਿੱਚ, ਉਹ ਜਿਹੜਾ ਤੁਹਾਡੇ ਗੇਮਸ ਦੇ ਵਿੱਚ ਤੁਸੀਂ ਪੈਸਾ ਜੋੜਿਆ ਆ, ਗੇਮਸ ਦੇ ਵਿੱਚ, ਕੀ ਉਸ ਪੈਸੇ ਨੂੰ ਤੁਸੀਂ ਮਾਰਕੀਟ ਦੇ ਵਿੱਚ ਖਰਚ ਸਕਦੇ ਆ?
ਮੇਰੇ ਖਿਆਲ ਦੇ ਵਿੱਚ ਨਹੀਂ। ਅੱਛਾ, ਜਿਹੜਾ ਤੁਸੀਂ ਅਸਲੀ ਪੈਸਾ ਖਰਚ ਸਕਦੇ ਆ ਉਹ ਵੀ ਮਿਲਦਾ ਆ ਗੇਮਸ ਦੇ ਵਿੱਚ, ਪਰ ਉਹਦੇ ਵਿੱਚ ਉਹ ਤੁਹਾਨੂੰ ਗੇਮ ਕਹਿੰਦੇ ਆ ਪਰ ਤੁਹਾਨੂੰ ਜੂਆ ਖੇਡਣ ਵਾਲੇ ਬਣਾ ਦਿੰਦੇ ਆ। ਕੋਈ ਉਹਦੇ 'ਚ ਤਾਸ਼ ਖੇਡਦਾ ਆ ਤਾਂ ਤੁਸੀਂ ਜੀ ਜਿੰਨੇ ਮਰਜ਼ੀ ਪੈਸੇ ਬਣਾ ਲਓ, ਤੁਸੀਂ ਫਲਾਨੀ ਗੇਮ ਖੇਡ ਕੇ ਜਿੰਨੇ ਮਰਜ਼ੀ ਪੈਸੇ ਬਣਾ ਲਓ, ਤੁਹਾਨੂੰ ਵੈਰੀ ਜੂਆ ਖੇਡਣ ਲਾ ਰਿਹਾ ਆ। ਤੁਹਾਨੂੰ ਟ੍ਰੇਡਿੰਗ ਐਪਸ ਜਿਹੜੀਆਂ ਆ ਕਿ ਤੁਸੀਂ ਜੀ 10 ਰੁਪਈਏ ਜਿਹੜੇ ਆ ਉਹਦੇ ਵਿੱਚ ਲਾਓ ਅਤੇ ਤੁਹਾਡਾ ਬਹੁਤ ਮੁਨਾਫਾ ਹੋ ਜਾਣਾ ਆ। ਜਿਹੜੀਆਂ ਤੁਸੀਂ ਮਸ਼ਹੂਰੀਆਂ ਦੇਖ ਕੇ ਭਰਮਾਏ ਜਾਂਦੇ ਆ ਨਾ ਕਿ 1 ਮਹੀਨੇ ਦੇ ਵਿੱਚ ਕਾਰ ਖਰੀਦ ਲਈ, 3 ਮਹੀਨਿਆਂ ਦੇ ਵਿੱਚ ਕਾਰ ਖਰੀਦ ਲਈ, ਉਹ ਜਿਹੜੇ ਕਾਰਾਂ ਦੀ ਮਸ਼ਹੂਰੀ ਦੇਣ ਦੇ ਨਾ ਉਹਨਾਂ ਨੇ ਧੇਲੇ ਦੀ ਕਮਾਈ ਨਹੀਂ ਕੀਤੀ, ਕੁਛ ਨਹੀਂ ਕੀਤਾ। ਉਹਨਾਂ ਨੇ ਮਸ਼ਹੂਰੀ ਦੇਣ ਦੇ, ਐਡਵਰਟਾਈਜ਼ ਦੇਣ ਦੇ, ਉਹਦੇ ਵਿੱਚ ਰੋਲ ਪਲੇ ਕਰਨ ਦੇ ਅਗਲਿਆਂ ਨੇ ਲੱਖਾਂ ਰੁਪਈਏ ਲਏ ਆ ਨਕਲੀ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਦੇ ਲਈ। ਪਰ ਤੁਸੀਂ ਉਹਦੇ ਵਿੱਚ ਜਦੋਂ ਤੁਸੀਂ ਆਪਣਾ ਇੰਟਰਸਟ ਪਾ ਲੈਣਾ ਆ, ਜਦੋਂ ਤੁਸੀਂ ਉਹ 'ਚ ਆਪਣੇ ਪੈਸੇ ਪਾ ਲੈਣੇ, ਆਪਣੀ ਦਿਲਚਸਪੀ ਪਾ ਲੈਣੀ ਆ, ਤਾਂ ਕੀ ਹੋਣਾ, ਉਹਨਾਂ ਨੇ ਤੁਹਾਡਾ 10-10 ਰੁਪਈਏ ਕਰਕੇ, 100-100 ਕਰਕੇ, ਹੋ ਸਕਦਾ ਪਹਿਲਾਂ ਤੁਸੀਂ 100 ਲਾਵੋ ਤੇ ਤੁਹਾਨੂੰ 1000 ਮਿਲ ਵੀ ਜਾਵੇ, ਫਿਰ ਤੁਸੀਂ ਇੱਕੋ ਵਾਰੀ 1000 ਲਾ ਦਿਓ 10,000 ਵੀ ਮਿਲ ਜੇ। ਪਰ ਜਦੋਂ ਤੁਸੀਂ 10,000 ਦੇ ਉੱਪਰ ਲਗਾਓਗੇ ਤਾਂ ਉਹ ਤੁਹਾਨੂੰ ਘਾਟੇ ਦੇ ਵਿੱਚ ਲੈ ਜਾਂਦੇ ਆ। ਤਾਂ ਤੁਹਾਡੇ ਧਨ ਨੂੰ ਛੋਟਾ ਚੋਗਾ ਪਾ ਕੇ ਜੋ ਤੁਹਾਡੀ ਕੀਮਤੀ ਕਮਾਈ ਜਿਹੜੀ ਤੁਸੀਂ ਜੋੜੀ ਜਾਂ ਤੁਹਾਡੇ ਮਾਤਾ ਪਿਤਾ ਨੇ ਖੂਨ ਪਸੀਨੇ ਦੀ ਜਿਹੜੀ ਕਮਾਈ ਆ ਉਹਨੂੰ ਮਿੰਟਸ ਦੇ ਵਿੱਚ ਹੀ ਜਿਹੜਾ ਆ ਉਹ ਖਾ ਜਾਂਦਾ ਆ ਵੈਰੀ। ਇਸ ਤਰੀਕੇ ਦੇ ਨਾਲ ਉਹ ਤੁਹਾਨੂੰ ਜੂਆਖੋਰ ਬਣਾਉਂਦੇ, ਜੂਆ ਖੇਡਣ ਵਾਲੇ ਬਣਾਉਂਦੇ ਆ ਤੁਹਾਨੂੰ। ਉਹ ਇਸ ਤਰੀਕੇ ਦੇ ਨਾਲ ਉਹ, ਕਿਉਂਕਿ ਉਹ ਸਾਰੇ ਸੋਰਸਿਸ ਕਿਹਦੇ ਆ, ਉਹ ਸਾਰੇ ਦੇ ਸਾਰੇ ਸੋਰਸਿਸ ਡੀਮਨ ਦੇ ਆ। ਔਰ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਉਹਨੂੰ ਕੂੜੇ ਘੱਟੇ ਦੇ ਨਾਲ ਕੋਈ ਮਤਲਬ ਨਹੀਂ ਆ। ਜਿਹੜੇ ਲੋਕ ਆਲਰੇਡੀ ਨਸ਼ਿਆਂ ਦੇ ਵਿੱਚ ਆ, ਜਿਹੜੇ ਆਲਰੇਡੀ ਗਲਤ ਕੰਮਾਂ ਦੇ ਵਿੱਚ ਆ, ਜਿਸਮਖੋਰੀ ਦਾ ਧੰਦਾ ਕਰ ਰਹੇ ਆ, ਜਿਹੜੇ ਆਲਰੇਡੀ ਜੂਆ ਖੇਡ ਰਹੇ, ਉਹਨਾਂ ਦੇ ਉੱਤੇ ਤਾਂ ਉਹਨੂੰ ਮਿਹਨਤ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਉਹ ਤਾਂ ਉਹਦੇ ਪਹਿਲਾਂ ਤੋਂ ਹੀ ਪੁਜਾਰੀ ਆ, ਉਹ ਤਾਂ ਪਹਿਲਾਂ ਹੀ ਸ਼ੈਤਾਨ ਦੇ ਆਖੇ ਲੱਗੇ ਹੋਏ ਆ। ਪਰ ਉਹਨੇ ਤਾਂ ਚੋਰੀ ਕਰਨੀ ਆ ਕੀਮਤੀ ਚੀਜ਼ਾਂ। ਜਿਹੜੇ ਨਸ਼ਾ ਨਹੀਂ ਕਰਦੇ ਉਹਨਾਂ ਦੇ ਫਰੈਂਡਸ, ਉਹਨੇ ਕੋਸ਼ਿਸ਼ ਕਰਨੀ ਕਿ ਉਹਨਾਂ ਦੇ ਸਰਕਲ ਦੇ ਵਿੱਚ ਇਹੋ ਜਿਹੇ ਲੋਕ ਚੰਗੇ ਹੋਣ ਦਾ ਰੂਪ ਧਾਰ ਕੇ ਆਉਣ ਕਿ ਉਹ ਅਸਲ ਦੇ ਵਿੱਚ ਨਸ਼ਾ ਕਰਨ ਵਾਲੇ ਹੋਣ, ਅਤੇ ਉਹ ਤੁਹਾਨੂੰ ਕਹਿਣ ਜੀ ਥੋੜ੍ਹਾ ਜਿਹਾ ਟੇਸਟ ਕਰ ਲਓ ਜਾਂ ਕੁਛ ਵੀ। ਇਸ ਤਰੀਕੇ ਦੇ ਨਾਲ ਉਹਨੇ ਤੁਹਾਡੀ ਲਾਈਫ ਦੇ ਵਿੱਚ ਗਲਤ ਲੋਕਾਂ ਨੂੰ ਭੇਜਣਾ ਆ, ਕਿਉਂਕਿ ਤੁਸੀਂ ਇੱਕ ਕੀਮਤੀ ਚੀਜ਼ ਆ। ਤੁਸੀਂ ਹੀਰੇ ਦੇ ਨਾਲੋਂ, ਲਾਲਾਂ ਦੇ ਨਾਲੋਂ ਵੀ ਵੱਧ ਕੀਮਤੀ ਆ। ਤੁਸੀਂ ਮਸੀਹਤ ਦਾ ਇੱਕ ਭਵਿੱਖ ਆ, ਤੁਸੀਂ ਕ੍ਰਿਸਚੈਨਿਟੀ ਦਾ ਇੱਕ ਫਿਊਚਰ ਆ। ਤੁਹਾਡੇ ਉੱਤੇ ਪਰਮੇਸ਼ਵਰ ਨੇ ਇੱਕ ਵੱਡੀ ਪਲੈਨਿੰਗ ਜਿਹੜੀ ਆ ਉਹ ਬਣਾਈ ਆ ਤੁਹਾਡੀ ਲਾਈਫ ਦੇ ਵਿੱਚ, ਔਰ ਤੁਹਾਡੇ ਉੱਤੇ ਪਰਮੇਸ਼ਵਰ ਦੀ ਅੱਖ ਲੱਗੀ ਹੋਈ ਆ, ਔਰ ਤੁਹਾਡੇ ਉੱਤੇ ਪਰਮੇਸ਼ਵਰ ਨੂੰ ਇੱਕ ਆਸ ਆ। ਅਸੀਂ ਉਸ ਆਸ ਨੂੰ ਪੂਰਾ ਕਰਨਾ ਆ। ਨੌਜਵਾਨੋ, ਤੁਸੀਂ ਉਸ ਆਸ ਨੂੰ ਪੂਰਾ ਕਰਨਾ ਹੈ ਔਰ ਤੁਸੀਂ ਪਰਮੇਸ਼ਵਰ ਦੀ ਉਸ ਪਲੈਨਿੰਗ ਨੂੰ ਪੂਰਾ ਕਰਨਾ ਹੈ। ਫਿਰ ਤੁਹਾਡੀ ਲਾਈਫ ਦੇ ਵਿੱਚ ਗਰਲਫ੍ਰੈਂਡ ਤੇ ਬॉयਫ੍ਰੈਂਡ ਨੂੰ ਭੇਜ ਕੇ ਉਹ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਦਾ, ਤੁਹਾਡੀ ਖੁਸ਼ੀ ਨੂੰ ਬਰਬਾਦ ਕਰਦਾ, ਤੁਹਾਡੇ ਕੋਲੋਂ ਪਾਪ ਕਰਾਉਂਦਾ ਆ, ਤੁਹਾਨੂੰ ਉਤਸ਼ਾਹਿਤ ਕਰਦਾ। ਜੇ ਲੜਕੀ ਆ ਤੇ ਉਹਦੀ ਲਾਈਫ ਦੇ ਵਿੱਚ ਕਿਸੇ ਲੜਕੇ ਨੂੰ ਭੇਜਣਾ ਜਿਹਦੇ ਵੱਲ ਉਹ ਅਟਰੈਕਟ ਹੋ ਜੇ, ਉਹ ਖਿੱਚੀ ਜਾਏ ਔਰ ਉਹ ਕੋਈ ਪਾਪ ਕਰ ਬੈਠੇ ਉਹਦੀਆਂ ਗੱਲਾਂ ਦੇ ਵਿੱਚ ਆਣ ਕੇ, ਮਾਤਾ ਪਿਤਾ ਤੋਂ ਵੀ ਅਣਆਗਿਆਕਾਰ ਹੋ ਜੇ, ਇੱਥੋਂ ਤੱਕ ਕਿ ਰਲ ਕੇ ਭੱਜ ਜਾਣ ਘਰ ਛੱਡ ਕੇ, ਤਾਂ ਮਾਤਾ ਪਿਤਾ ਦੀ ਬਦਨਾਮੀ ਹੋਏ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ ਕਿ ਇਹ ਤਾਂ ਜੀ ਬੜੇ ਆਪਣੇ ਆਪ ਨੂੰ ਧਰਮੀ ਕਹਿੰਦੇ ਸੀ, ਇਹਨਾਂ ਦੇ ਨਿਆਣਿਆਂ ਦੇ ਕੰਮ ਦੇਖੋ। ਇਸੇ ਤਰ੍ਹਾਂ ਲੜਕਿਆਂ ਦੇ ਨਾਲ ਕਿ ਕੋਈ ਲੜਕੀ ਗਲਤ ਆ ਜੇ ਉਹਨਾਂ ਦੀ ਲਾਈਫ ਦੇ ਵਿੱਚ ਅਤੇ ਉਹ ਰਲ ਕੇ ਪਾਪ ਕਰ ਲੈਣ, ਔਰ ਫਿਰ ਉਹ ਆਪਣੇ ਮਾਤਾ ਪਿਤਾ ਦੇ ਲਈ ਤਾਂ ਜਿਹੜਾ ਉਹਨਾਂ ਨੇ ਲਾਨਤ ਬਣਨਾ ਹੀ ਆ, ਪਰ ਉਹ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਕਿੰਨੀ ਵੱਡੀ ਰੁਕਾਵਟ ਬਣ ਜਾਂਦੇ ਆ। ਤਾਂ ਇਸ ਤਰੀਕੇ ਦੇ ਨਾਲ ਉਹ ਤੁਹਾਡੇ ਗਰਲਫ੍ਰੈਂਡ ਦੇ ਰਾਹੀਂ, ਤੁਹਾਡੇ ਬॉयਫ੍ਰੈਂਡ ਦੇ ਰਾਹੀਂ ਵੀ ਤੁਹਾਡੀ ਜਵਾਨੀ ਨੂੰ ਨਾਸ਼ ਕਰਦਾ ਹੈ। ਉਹ ਤੁਹਾਨੂੰ ਖਾ ਪੀ ਜਾਂਦੇ ਆ ਤੁਹਾਡੇ ਧਨ ਨੂੰ, ਅਤੇ ਫਿਰ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਸ਼ਾਦੀ ਨਹੀਂ ਕਰਾ ਸਕਦੇ, ਸਾਡੇ ਘਰ ਦੇ ਨਹੀਂ ਮੰਨਦੇ, ਸਾਡੀਆਂ ਸਿਚੁਏਸ਼ਨਸ ਅਲਾਓ ਨਹੀਂ ਕਰਦੀਆਂ। ਤਾਂ ਫਿਰ ਤੁਸੀਂ ਉਦਾਸ ਵੀ ਹੋ ਜਾਂਦੇ ਆ, ਤੁਸੀਂ ਪਾਪ ਵੀ ਕਰ ਚੁੱਕੇ ਹੁੰਦੇ ਆ ਔਰ ਪਿੱਛੇ ਆਉਣ ਦਾ ਤੁਹਾਨੂੰ ਕੋਈ ਰਾਹ ਵੀ ਨਹੀਂ ਲੱਭਦਾ। ਫਿਰ ਵੈਰੀ ਤੁਹਾਡੇ ਮਨ 'ਚ ਕੀ ਪਾਉਂਦਾ, ਹੁਣ ਤੇਰੀ ਬਦਨਾਮੀ ਬਹੁਤ ਹੋ ਚੁੱਕੀ ਆ, ਹੁਣ ਤੂੰ ਬਹੁਤ ਦੁਖੀ ਆ, ਹੁਣ ਤੇਰਾ ਕੁਛ ਨਹੀਂ ਬਣਨਾ, ਤੂੰ ਸੁਸਾਈਡ ਕਰ ਲਾ। ਤਾਂ ਫਿਰ ਉਹਨੇ ਤੁਹਾਨੂੰ ਪਹਿਲਾਂ ਤੁਹਾਡੀ ਕਮਾਈ ਦਾ ਨਾਸ਼ ਕੀਤਾ, ਮਾਤਾ ਪਿਤਾ ਦੀ ਅਸਲੀ ਜਾਇਦਾਦ ਦਾ ਨਾਸ਼ ਕੀਤਾ, ਕਿਉਂਕਿ ਤੁਸੀਂ ਆਪਣੇ ਮਾਤਾ ਪਿਤਾ ਦੀ ਅਸਲੀ ਜਾਇਦਾਦ ਆ। ਤਾਂ
ਉਹਨਾਂ ਨੂੰ ਦੁਖੀ ਕੀਤਾ, ਤੁਹਾਨੂੰ ਦੁਖੀ ਕੀਤਾ, ਔਰ ਫਿਰ ਉਹਨੇ ਤੁਹਾਨੂੰ ਇਸ ਸੰਸਾਰ ਤੋਂ ਜਿਹੜਾ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕੀਤੇ ਬਿਨਾਂ ਹੀ ਜਾਣ ਦੇ ਲਈ ਉਹਨੇ ਉਤਸ਼ਾਹਿਤ ਕੀਤਾ, ਕਿ ਉਕਸਾਇਆ ਉਹਨੇ ਕਿ ਜਾ ਤੂੰ ਆਤਮ ਹੱਤਿਆ ਕਰ ਲਾ, ਤੂੰ ਫਾਹਾ ਲਾ ਲਾ, ਤੂੰ ਨਹਿਰ 'ਚ ਛਾਲ ਮਾਰ ਦੇ, ਫਲਾਨ ਫਲਾਨ। ਤਾਂ ਉਹਨੇ ਮਤਲਬ ਉਹ ਆਪਣੀ ਪਲੈਨਿੰਗ ਨੂੰ ਇਸ ਤਰੀਕੇ ਦੇ ਨਾਲ ਕਰਦਾ ਆ। ਅਸੀਂ ਸੁਚੇਤ ਹੋਣਾ ਆ। ਤੁਸੀਂ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਜੋ ਪਲੈਨਿੰਗ ਪ੍ਰਭੂ ਤੁਹਾਡੀ ਆ ਸਾਡੀ ਲਾਈਫ ਦੇ ਵਿੱਚ ਉਹ ਪੂਰੀ ਹੋ ਜਾਏ, ਕਿਉਂਕਿ ਤੁਸੀਂ ਕੀਮਤੀ ਆ। ਦੇਖੋ, ਅਗਰ ਇੱਕ ਬਹੁਤ ਵੱਡਾ ਮਹਿਲ ਆ ਤੇ ਉਹਦੇ ਲਾਗੇ ਇੱਕ ਝੁੱਗੀ ਝੌਂਪੜੀ ਆ, ਤੁਸੀਂ ਸਮਝਣ ਵਾਲੇ ਮਨ ਦੇ ਨਾਲ ਇਸ ਗੱਲ ਨੂੰ ਲਿਓ। ਪੁੱਠੇ ਦਿਮਾਗ ਦੇ ਨਾਲ ਤਾਂ ਵੈਰੀ ਨੇ ਬਹੁਤ ਸਾਰਿਆਂ ਦੇ ਵਿੱਚ ਪੁੱਠਾ ਦਿਮਾਗ ਪਾਇਆ, ਪਤਾ ਨਹੀਂ ਉਹਨਾਂ ਨੇ ਕਿੱਧਰ ਨੂੰ ਲੈ ਜਾਣੀ ਆ, ਪਰ ਅੰਡਰਸਟੈਂਡ ਕਰਨਾ ਤੁਸੀਂ ਪੋਜ਼ਿਟਿਵ ਵੇ ਦੇ ਨਾਲ। ਇੱਕ ਮਹਿਲ ਆ ਔਰ ਇੱਕ ਉਹਦੇ ਲਾਗੇ ਝੁੱਗੀ ਆ। ਜਦੋਂ ਚੋਰ ਆਊਗਾ ਤੇ ਉਹਦੀ ਕੇਸ ਘਰ ਵਿੱਚ ਜਾਣ ਦੀ ਕੋਸ਼ਿਸ਼ ਹੋਊਗੀ, ਉਹਦੀ ਕੋਸ਼ਿਸ਼ ਹੋਊਗੀ ਕਿ ਉਹ ਮਹਿਲ ਦੇ ਵਿੱਚ ਜਾਏ, ਕਿਉਂਕਿ ਉਹ ਜਾਣਦਾ ਆ ਮਹਿਲ ਦੇ ਅੰਦਰ ਇੱਕ ਚੰਗੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਉਹਦੀ ਉਸ ਭੁੱਖ ਨੂੰ ਜਿਹੜੀ ਉਹਦੇ ਅੰਦਰ ਆ ਉਹਨੂੰ ਸ਼ਾਂਤ ਕਰਨਗੀਆਂ, ਕਿ ਉਹ ਚੰਗਾ ਧਨ ਉੱਥੋਂ ਚੋਰੀ ਕਰ ਸਕੂਗਾ, ਜਾਂ ਸੋਨਾ ਜਾਂ ਭਾਂਡੇ ਜਾਂ ਕੁਝ ਵੀ ਹੋਊਗਾ, ਤੇ ਉਹ ਕੀਮਤੀ ਚੀਜ਼ਾਂ ਜ਼ਰੂਰ ਉਹਨੂੰ ਉਸ ਮਹਿਲ ਦੇ ਅੰਦਰ ਮਿਲ ਜਾਣਗੀਆਂ। ਹਾਲਾਂਕਿ ਉਸ ਝੁੱਗੀ ਝੌਂਪੜੀ ਦੇ ਵਿੱਚ ਵੀ ਕੁਝ ਕੀਮਤੀ ਹੋ ਸਕਦਾ, ਪਰ ਉਹਦੀ ਕੋਸ਼ਿਸ਼ ਹੋਊਗੀ ਕਿ ਇੱਥੋਂ ਮੈਂ ਉੱਥੇ 2-3 ਚੀਜ਼ਾਂ ਹੀ ਮਿਲ ਜਾਣ ਤੇ ਮੇਰਾ ਅੱਛਾ ਖਾਸਾ ਜਿਹੜਾ ਹੈ ਉਹ ਸਾਰਾ ਕੰਮ ਸੈੱਟ ਹੋ ਜਾਣਾ। ਤੁਸੀਂ ਮਸੀਹੀ ਲੋਕ, ਤੁਸੀਂ ਨਾ ਸੋਚੋ ਕਿ ਤੁਸੀਂ ਗਰੀਬ ਆ। ਤੁਹਾਡੇ ਕੋਲੇ ਇੱਕ ਉੱਤਮ ਧਨ ਆ, ਤੁਸੀਂ ਉਸ ਧਨ ਦੇ ਨਾਲ ਧਨੀ ਆ, ਕਿਉਂਕਿ ਪਰਮੇਸ਼ਵਰ ਦਾ ਨਾਮ ਇੱਕ ਵੱਡਾ ਧਨ ਆ। ਪਰਮੇਸ਼ਵਰ ਦਾ ਨਾਮ ਇੱਕ ਬਹੁਤ ਵੱਡਾ ਖਜ਼ਾਨਾ ਆ। ਔਰ ਜਿਹਦੇ ਕੋਲ ਪਰਮੇਸ਼ਵਰ ਦਾ ਨਾਮ ਆ, ਕਿਉਂਕਿ ਜਦੋਂ ਅਸੀਂ ਯਿਸੂ ਨਾਮ ਲੈ ਕੇ ਪ੍ਰਾਰਥਨਾ ਕਰਦੇ ਆ ਤਾਂ ਰੋਗੀ ਚੰਗੇ ਹੁੰਦੇ ਆ। ਯਿਸੂ ਨਾਮ ਲੈ ਕੇ ਆਪਾਂ ਪ੍ਰਾਰਥਨਾ ਕਰਦੇ, ਦੁਸ਼ਟ ਦੇ ਜਕੜੇ ਆਜ਼ਾਦ ਹੁੰਦੇ ਆ। ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਵੱਡੇ ਵੱਡੇ ਕੰਮ ਹੁੰਦੇ ਆ, ਵੱਡੇ ਵੱਡੇ ਕੰਮ। ਤਾਂ ਸਾਡੇ ਕੋਲ ਇੱਕ ਖਜ਼ਾਨਾ ਆ। ਘਰ ਛੋਟਾ ਹੋ ਸਕਦਾ, ਪਰ ਖਜ਼ਾਨਾ ਤਾਂ ਛੋਟਾ ਨਹੀਂ, ਖਜ਼ਾਨਾ ਤਾਂ ਵੱਡਾ ਹੀ ਆ। ਔਰ ਸਾਡੇ ਧੀਆਂ ਪੁੱਤਰ ਸਭ ਤੋਂ ਵੱਡਾ ਖਜ਼ਾਨਾ ਆ ਸਾਡੇ ਕੋਲ। ਤਾਂ ਕਦੀ ਵੀ ਤੁਸੀਂ ਆਪਣੇ ਆਪ ਨੂੰ ਗਰੀਬ ਨਾ ਸਮਝੋ। ਬਹੁਤ ਸਾਰੇ ਮਸੀਹੀ ਲੋਕੀ ਕੰਪਲੇਨ ਕਰਦੇ, ਸਾਡੇ ਨਿਆਣੇ ਆਖੇ ਨਹੀਂ ਲੱਗਦੇ, ਫਲਾਨਾ ਕੰਮ ਨਹੀਂ ਹੁੰਦਾ, ਸਾਡਾ ਢਮਕਾਨਾ ਕੰਮ ਨਹੀਂ ਹੁੰਦਾ। ਵੈਰੀ ਆਉਂਦਾ ਆ ਚੋਰੀ ਕਰਨ ਦੇ ਲਈ ਤੁਹਾਡੇ ਘਰ ਦੇ ਵਿੱਚ। ਤੁਸੀਂ ਡੋਰਾਂ ਖੁੱਲੀਆਂ ਛੱਡੀਆਂ ਹੈ, ਆਪਣੇ ਘਰ ਦੀਆਂ ਡੋਰਾਂ ਨੂੰ ਬੰਦ ਕਰੋ, ਆਪਣੇ ਘਰ ਦੇ ਦਰਵਾਜ਼ਿਆਂ ਨੂੰ ਬੰਦ ਕਰੋ, ਜਿਹੜੇ ਰਾਹ ਥਾਣੀ ਉਹ ਆਉਂਦਾ ਉਹਨੂੰ ਬੰਦ ਕਰੋ। ਇਸ ਲਈ ਛੋਟੇ ਹੁੰਦਿਆਂ ਤੋਂ ਹੀ ਆਪਾਂ, ਜਦੋਂ ਨਿਆਣਾ ਨਿੱਕਾ ਜਿਹਾ ਹੁੰਦਾ, ਆਪਾਂ ਉਦੋਂ ਹੀ ਉਹਨੂੰ ਦੱਸਦੇ ਕਿ ਆਹ ਜਿਹੜਾ ਪਲੱਗ ਆ, ਜਿਹੜਾ ਬੋਰਡ ਲੱਗਾ ਆ, ਜਿਹਨੂੰ ਸੁੱਚ ਲੱਗੇ ਹੁੰਦੇ ਘਰਾਂ ਦੇ ਵਿੱਚ ਲਾਈਟਾਂ ਔਨ ਆਫ ਕਰਨੇ ਨੂੰ, ਤਾਂ ਕੋਈ ਉਹਦੇ ਵਿੱਚ ਹੁੰਦਾ ਪਲੱਗ, ਜਿਹਦੇ ਵਿੱਚ ਆਪਾਂ ਤਾਰ ਨੂੰ ਇਨਸਰਟ ਕਰਦੇ ਆ ਤੇ ਫਿਰ ਚੀਜ਼ਾਂ ਚੱਲਦੀਆਂ, ਉਹਦੇ 'ਚ ਛੇਕ ਹੁੰਦੇ ਆ। ਨਿਆਣਾ ਹਾਲੇ ਨਿੱਕਾ ਹੀ ਹੁੰਦਾ, ਹਾਲੇ ਉਹਨੇ ਬੋਲਣਾ ਵੀ ਨਹੀਂ ਸਿੱਖਿਆ ਹੁੰਦਾ, ਤੇ ਆਪਾਂ ਉਹਨੂੰ ਕੀ ਕਹਿੰਦੇ ਆ? ਹਾਈ ਆ, ਇਹਨੂੰ ਹੱਥ ਨਹੀਂ ਲਾਉਣਾ, ਹਾਈ ਆ। ਕਿਉਂ? ਆਪਾਂ ਉਹਦੀ ਲੈਂਗੁਏਜ 'ਚ ਉਹਨੂੰ ਦੱਸਣ ਦੀ ਕੋਸ਼ਿਸ਼ ਕਰਦੇ ਕਿ ਇਹ 'ਚ ਹੱਥ ਨਹੀਂ ਲਾਉਣਾ, ਇੱਥੇ ਖਤਰਾ ਆ। ਤਾਂ ਦਿਸ ਵੇ ਔਰ ਦੈਟ ਵੇ, ਜਿੱਦਾਂ ਵੀ ਲੈਂਗੁਏਜ ਆਪਾਂ ਉਹਨੂੰ ਈਜ਼ੀ ਵੇ ਦੇ ਨਾਲ ਜਿਹੜਾ ਆ ਉਹ ਸਮਝਾਉਂਦੇ ਆ, ਤਾਂ ਬੱਚਾ ਸਮਝਦਾ ਆ। ਕਿ ਬਹੁਤ ਥੋੜੇ ਨਿਆਣੇ ਹੋਊਗੇ ਜਿਨ੍ਹਾਂ ਨੇ ਉਹਦੇ ਵਿੱਚ ਉਂਗਲਾਂ ਪਾ ਕੇ ਕਰੰਟ ਲਵਾਇਆ ਹੋਊਗਾ, ਪਰ ਮੋਸਟਲੀ ਨਿਆਣੇ ਉਹਦੇ ਲਾਗੇ ਜਾ ਕੇ ਬਹਿ ਜਾਣਗੇ, ਦੂਰੋਂ ਹੀ ਉਂਗਲ ਕਰਕੇ ਉਹ ਵੀ ਕਹੂਗੇ ਹਾਈ ਆ। ਉਹਨਾਂ ਨੂੰ ਪਤਾ ਆ। ਕਿੱਦਾਂ ਉਹਨਾਂ ਨੂੰ ਪਤਾ ਲੱਗਾ? ਕਿਹਨੇ ਉਹਨਾਂ ਨੂੰ ਦੱਸਿਆ? ਉਹਦੇ ਮਾਤਾ ਪਿਤਾ ਨੇ ਦੱਸਿਆ। ਅੱਜ ਸਾਡੀ ਡਿਊਟੀ ਬਣਦੀ ਆ ਪੇਰੈਂਟਸ ਦੀ ਕਿ ਅਸੀਂ ਆਪਣੇ ਬੱਚਿਆਂ ਨੂੰ, ਤੁਸੀਂ ਚਰਚ ਨੂੰ ਬੱਚਿਆਂ ਨੂੰ ਨਹੀਂ ਲੈ ਕੇ ਆਉਂਦੇ, ਔਰ ਬੱਚਿਓ ਤੁਸੀਂ ਜਿਹੜੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ, ਤੁਸੀਂ ਚਰਚ ਨੂੰ ਨਹੀਂ ਆਉਂਦੇ, ਤੁਸੀਂ ਅੰਡਰਸਟੈਂਡ ਨਹੀਂ ਕਰਦੇ ਕਿ ਪਰਮੇਸ਼ਵਰ ਕਿੱਦਾਂ ਜਿਹੜਾ ਆ ਉਹ ਤੁਹਾਨੂੰ ਸੇਵ ਕਰਨ ਦੇ ਲਈ ਜਿਹੜਾ ਆ ਉਹ ਸਾਮਰਥੀ ਆ, ਔਰ ਪਰਮੇਸ਼ਵਰ ਦੀ ਕੀ ਪਲੈਨਿੰਗ ਆ ਤੁਹਾਡੀ ਲਾਈਫ ਦੇ ਵਿੱਚ। ਜੇ ਤੁਸੀਂ ਚਰਚ ਨਹੀਂ ਆਓਗੇ, ਤੁਹਾਨੂੰ ਪਰਮੇਸ਼ਵਰ ਦੀ ਸਟਰੈਂਥ ਦਾ, ਪਰਮੇਸ਼ਵਰ ਦੀ ਪਾਵਰ ਦਾ, ਪਰਮੇਸ਼ਵਰ ਦੀ ਜਿਹੜੀ ਮੁਹੱਬਤ ਆ ਉਹਦਾ ਕੁਝ ਵੀ ਪਤਾ ਨਹੀਂ ਲੱਗਣਾ। ਔਰ ਇਹਦੇ ਵਿੱਚ ਵੱਡੇ ਕਸੂਰਵਾਰ ਬੱਚਿਆਂ ਦੇ ਮਾਪੇ ਆ, ਜਿਹੜੇ ਸੰਡੇ ਨੂੰ ਉਹਨਾਂ ਨੂੰ ਘਰੇ ਹੀ ਛੱਡ ਦਿੰਦੇ ਆ ਤੇ ਉਹਨਾਂ ਨੂੰ ਲੈ ਕੇ ਨਹੀਂ ਆਉਂਦੇ। ਅਗਰ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਸਾਡੇ ਆਖੇ ਲੱਗਣ, ਸਾਡੇ ਬੱਚੇ ਪ੍ਰਾਰਥਨਾ ਦੇ ਵਿੱਚ ਬੈਠਣ,
ਫਿਰ ਉਹਨਾਂ ਦੀ ਕੰਪਲੇਨ ਹੁੰਦੀ ਜੀ ਅਸੀਂ ਪ੍ਰਾਰਥਨਾ ਕਰਦੇ ਬੱਚੇ ਮੋਬਾਈਲ ਤੇ ਗਾਣੇ ਲਾ ਕੇ। ਤੁਸੀਂ ਉਹਨਾਂ ਨੂੰ ਕੀ ਫੀਡ ਕੀਤਾ? ਠੀਕ ਹੈ, ਮੈਂ ਮੰਨਿਆ ਕਿ ਤੁਸੀਂ ਵੱਖਰੀਆਂ ਕੌਮਾਂ ਤੋਂ ਆਏ ਆ, ਤੁਸੀਂ ਪਹਿਲਾਂ ਤੋਂ ਨਹੀਂ ਜਾਣਿਆ ਸੀਗਾ, ਤੁਸੀਂ ਬਿਲਕੁਲ ਨਿਊ ਆ ਤੁਸੀਂ ਕ੍ਰਿਸਚੈਨਿਟੀ ਦੇ ਵਿੱਚ, ਤਾਂ ਆਈ ਐਮ ਰੀਅਲੀ ਸੌਰੀ ਕਿ ਤੁਸੀਂ ਨਵੇਂ ਆ ਔਰ ਤੁਹਾਨੂੰ ਪਤਾ ਨਹੀਂ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਬੱਚਿਆਂ ਨੂੰ ਟਰੀਟ ਕਰਨਾ। ਪਰ ਐਟਲੀਸਟ ਤੁਸੀਂ ਮਾਂ ਪਿਓ ਆ, ਜੇ ਤੁਸੀਂ ਇੰਨਾ ਦੱਸਿਆ ਵੀ ਅੱਗ ਵਿੱਚ ਹੱਥ ਨਹੀਂ ਪਾਉਣਾ ਬੱਚੇ ਨੇ, ਬੱਚਾ ਅੱਗ 'ਚ ਹੱਥ ਨਹੀਂ ਪਾਉਂਦਾ, ਪਲੱਗ 'ਚ ਹੱਥ ਨਹੀਂ ਪਾਉਣਾ ਤੇ ਉਹ ਪਲੱਗ ਦੇ ਵਿੱਚ ਹੱਥ ਨਹੀਂ ਪਾਉਂਦਾ, ਜਾਂ ਬੱਚਾ ਨੂੰ ਤੁਸੀਂ ਦੱਸਿਆ ਕਿ ਕੋਠੇ ਤੋਂ ਛਾਲ ਨਹੀਂ ਮਾਰਨੀ, ਪੌੜੀਆਂ ਥਾਣੀ ਥੱਲੇ ਆਉਣਾ, ਤੇ ਬੱਚਾ ਕਦੀ ਵੀ ਛਾਲ ਮਾਰ ਕੇ ਥੱਲੇ ਨਹੀਂ ਆਉਂਦਾ, ਐਕਸੀਡੈਂਟਲੀ ਉਹ ਡਿੱਗ ਜਾਏ ਤਾਂ ਡਿੱਗ ਜਾਏ, ਉਹ ਆਲਵੇਜ਼ ਪੌੜੀਆਂ ਦੇ ਰਾਹੀਂ ਥੱਲੇ ਆਉਂਦਾ ਆ। ਤਾਂ ਜਦੋਂ ਤੁਸੀਂ ਕ੍ਰਿਸਚੈਨਿਟੀ ਵਿੱਚ ਨਹੀਂ ਵੀ ਸੀਗੇ ਤਾਂ ਵੀ ਤਾਂ ਤੁਹਾਡਾ ਫਰਜ਼ ਬਣਦਾ ਸੀ ਨਾ ਕਿ ਬੱਚਿਆਂ ਨੂੰ ਤੁਸੀਂ ਇੱਕ ਧਾਰਮਿਕ ਜਿਹੜੀ ਸਾਈਡ ਆ ਉਹਦੇ ਵੱਲ ਤੁਸੀਂ ਜੋੜੋ, ਪਰਮੇਸ਼ਵਰ ਦੇ ਵੱਲ ਨੂੰ ਤੁਸੀਂ ਜੋੜੋ, ਔਰ ਬੱਚਿਆਂ ਨੂੰ ਤੁਸੀਂ ਪਰਮੇਸ਼ਵਰ ਦੇ ਅੱਗੇ ਥੈਂਕ ਯੂ ਕਹਿਣਾ ਸਿਖਾਓ, ਪਰਮੇਸ਼ਵਰ ਦਾ ਡਰ ਮੰਨਣਾ ਸਿਖਾਓ। ਪਰ ਅੱਜ ਅਗਰ ਤੁਸੀਂ ਮਸੀਹ ਦੇ ਵਿੱਚ ਆ ਚੁੱਕੇ ਆ ਤਾਂ ਅਸੀਂ ਹੱਥ ਜੋੜ ਕੇ ਤੁਹਾਨੂੰ ਰਿਕੁਐਸਟ ਕਰਦੇ, ਬੱਚਿਆਂ ਨੂੰ ਵੀ ਤੇ ਪੇਰੈਂਟਸ ਨੂੰ ਵੀ, ਪਲੀਜ਼ ਪਲੀਜ਼ ਪਲੀਜ਼, ਬੱਚੇ ਵੀ ਤੇ ਪੇਰੈਂਟਸ ਵੀ ਚਰਚ ਨੂੰ ਜ਼ਰੂਰ ਆਇਆ ਕਰੋ। ਔਰ ਉਹ ਪੇਰੈਂਟਸ ਜਿਹੜੇ ਘਰਾਂ ਦੇ ਵਿੱਚ ਹੀ ਆ ਜਿਨ੍ਹਾਂ ਦੇ ਬੱਚੇ ਛੋਟੇ, ਹੁਣ ਤੋਂ ਹੀ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੇ ਅੱਗੇ ਝੁਕਣਾ ਸਿਖਾਓ, ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਨੀ ਸਿਖਾਓ, ਉਹਨਾਂ ਨੂੰ ਧੰਨਵਾਦ ਕਰਨਾ ਸਿਖਾਓ, ਉਹਨਾਂ ਨੂੰ ਛੋਟੇ ਛੋਟੇ ਗੀਤ ਸਿਖਾਓ, ਪਰਮੇਸ਼ਵਰ ਦੀ ਮਹਿਮਾ ਵਾਲੇ ਗੀਤ, ਤਾਂ ਜੋ ਤੁਹਾਨੂੰ ਅੱਗੇ ਜਾ ਕੇ ਪ੍ਰੋਬਲਮ ਨਾ ਆਏ। ਔਰ ਤੁਹਾਡੀ ਜਾਇਦਾਦ, ਜਦੋਂ ਅਸੀਂ ਬੱਚਿਆਂ ਨੂੰ ਪ੍ਰੇਅਰ ਕਰਨੀ ਸਿਖਾਉਂਦੇ ਹਾਂ, ਜਦੋਂ ਅਸੀਂ ਬੱਚਿਆਂ ਨੂੰ ਪ੍ਰੇਜ਼ ਕਰਨੀ ਸਿਖਾਉਂਦੇ ਹਾਂ, ਵਰਸ਼ਿਪ ਕਰਨੀ ਸਿਖਾਉਂਦੇ ਹਾਂ, ਅਸੀਂ ਇੱਕ ਤਰੀਕੇ ਦੇ ਨਾਲ ਆਪਣੇ ਗਹਿਣਿਆਂ ਨੂੰ ਲੋਕਰ ਦੇ ਵਿੱਚ ਰੱਖ ਦਿੰਦੇ ਹਾਂ। ਕਿਹੜਾ ਲੋਕਰ ਆ ਉਹ? ਅਸੀਂ ਜਦੋਂ ਬੱਚਿਆਂ ਨੂੰ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਸੌਂਪ ਦਿੰਦੇ ਹਾਂ ਤਾਂ ਉਹ ਇੱਕ ਤਰ੍ਹਾਂ ਦਾ ਲੋਕਰ ਆ ਜਿੱਥੇ ਸਾਡਾ ਖਜ਼ਾਨਾ ਸੇਫ ਆ। ਤਾਂ ਅਗਰ ਬੱਚਿਓ ਤੁਹਾਡੇ ਮਾਤਾ ਪਿਤਾ ਤੁਹਾਡੇ ਲਈ ਨਹੀਂ ਪ੍ਰੇਅਰ ਕਰ ਰਹੇ ਜਾਂ ਉਹ ਨਹੀਂ ਕਰਨ ਦੇ ਯੋਗ, ਤਾਂ ਤੁਸੀਂ ਖੁਦ ਵੀ ਲੋਕਰ ਦੇ ਵਿੱਚ ਜਾ ਸਕਦੇ ਆ, ਤੁਸੀਂ ਖੁਦ ਵੀ ਪ੍ਰੇਅਰ ਕਰ ਸਕਦੇ ਆ ਕਿ ਹੇ ਪਿਤਾ ਪਰਮੇਸ਼ਵਰ, ਅਸੀਂ ਆਪਣਾ ਆਪ ਤੁਹਾਡੇ ਹੱਥਾਂ ਵਿੱਚ ਸੌਂਪਦੇ ਹਾਂ, ਸਾਨੂੰ ਸੰਭਾਲੋ, ਸਾਨੂੰ ਨਾਸ਼ ਹੋਣ ਤੋਂ ਬਚਾ ਲਓ। ਬਹੁਤ ਸਾਰੇ ਬੱਚੇ ਆ ਉਹਨਾਂ ਦਾ ਜਿਹੜਾ ਪਹਿਰਾਵਾ ਆ ਉਹ ਸਹੀ ਨਹੀਂ ਆ। ਥੋੜ੍ਹੀ ਜਿਹੀ ਵੀਡੀਓ ਲੰਬੀ ਜਾ ਰਹੀ ਆ ਪਰ ਇੰਟਰਸਟਿੰਗ ਵੀ ਆ, ਔਰ ਮੈਨੂੰ ਲੱਗਦਾ ਲਾਈਫ ਚੇਂਜਿੰਗ ਵੀਡੀਓ ਆ ਇਹ, ਤੁਹਾਡਾ ਜੀਵਨ ਬਦਲਣ ਵਾਲੀ ਜਿਹੜੀ ਵੀਡੀਓ ਆ। ਤਾਂ ਦੇਖੋ, ਜਿਹੜੇ ਕੱਪੜੇ ਆ, ਚਾਹੇ ਉਹ ਗਰਲਸ ਆ ਚਾਹੇ ਉਹ ਬॉयਜ਼ ਆ, ਜਿਹੜੇ ਕੱਪੜੇ ਆ ਉਹ ਤੁਹਾਡੇ ਮਨ ਨੂੰ ਐਕਸਪ੍ਰੈਸ ਕਰਦੇ ਆ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਆ, ਤੁਹਾਡੀਆਂ ਸੋਚਾਂ ਕਿਹੋ ਜਿਹੀਆਂ ਆ। ਦੇਖੋ, ਅਗਰ ਤੁਹਾਡੀਆਂ ਸੋਚਾਂ ਬਹੁਤ ਸਾਦਗੀ ਵਾਲੀਆਂ ਆ ਫਿਰ ਤੁਸੀਂ ਇੱਥੇ ਤੇ ਵਾਲੀਆਂ ਨਹੀਂ ਪਾਉਂਗੇ, ਤੁਸੀਂ ਤਾਂ ਸਾਦਗੀ ਵਾਲੀ ਸੋਚ ਰੱਖਦੇ ਆ, ਤੁਸੀਂ ਫਿਰ ਅੱਖਾਂ ਦੀਆਂ ਜਿਹੜੀਆਂ ਝੰਮਣਾਂ ਆ ਇਹਨਾਂ ਦੇ ਉੱਤੇ ਤੁਸੀਂ ਨੱਕਾਂ ਦੇ ਇੱਥੇ ਵਾਲੀਆਂ ਨਹੀਂ ਪਾਉਂਗੇ, ਚਾਹੇ ਲੜਕੇ ਚਾਹੇ ਲੜਕੀਆਂ। ਫਿਰ ਉਹਨਾਂ ਨੂੰ ਇੱਥੋਂ ਸ਼ੁਰੂ ਕਰਨਾ ਤੇ ਇੱਥੋਂ ਤੱਕ ਜਿਹੜੇ ਆ ਕੋਕੇ ਪਾ ਲੈਣੇ, ਬੁੱਲਾਂ ਦੇ ਵਿੱਚ ਕੋਕੇ ਪਾ ਲੈਣੇ, ਪੇਟ ਦੀ ਧੁੰਨੀ ਦੇ ਵਿੱਚ ਵਾਲੀਆਂ ਕੋਕੇ ਪਾਉਣੇ, ਪਤਾ ਨਹੀਂ ਕਿੱਥੇ ਕਿੱਥੇ ਤੇ ਟੈਟੂ ਬਣਵਾਉਣੇ। ਇਹ ਤਾਂ ਕੋਈ ਸਾਦਗੀ ਨੂੰ ਪ੍ਰੂਵ ਨਹੀਂ ਕਰਦਾ, ਇੱਥੋਂ ਤੇ ਸਾਦਗੀ ਨਜ਼ਰ ਨਹੀਂ ਆਉਂਦੀ। ਕਿਤੇ ਨਾ ਕਿਤੇ ਤਾਂ ਅਗਰ ਤੁਸੀਂ ਇੱਦਾਂ ਦੇ ਕੰਮ ਕਰਦੇ ਆ, ਕਿਤੇ ਨਾ ਕਿਤੇ ਤਾਂ ਇਫੈਕਟ ਹੈਗਾ ਤੁਹਾਡੀ ਲਾਈਫ ਦੇ ਵਿੱਚ ਵੈਰੀ ਦੀਆਂ ਸ਼ਕਤੀਆਂ ਦਾ, ਕਿ ਤੁਸੀਂ ਇਹੋ ਜਿਹੇ ਲੋਕਾਂ ਵਰਗੇ ਬਣਨਾ ਚਾਹੁੰਦੇ ਆ ਜਿਨ੍ਹਾਂ ਦਾ ਪਰਮੇਸ਼ਵਰ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਜਿਨ੍ਹਾਂ ਦਾ ਧਾਰਮਿਕਤਾ ਦੇ ਨਾਲ ਕੋਈ ਸੰਬੰਧ ਹੀ ਨਹੀਂ, ਜਿਨ੍ਹਾਂ ਦਾ ਚੰਗਿਆਈ ਦੇ ਨਾਲ ਕੋਈ ਸੰਬੰਧ ਨਹੀਂ, ਜਿਨ੍ਹਾਂ ਦਾ ਸੱਚਾਈ ਦੇ ਨਾਲ ਕੋਈ ਸੰਬੰਧ ਨਹੀਂ, ਜਿਨ੍ਹਾਂ ਦਾ ਇੱਜ਼ਤ ਪੱਤ ਦੇ ਨਾਲ ਕੋਈ ਸੰਬੰਧ ਨਹੀਂ। ਤਾਂ ਅਗਰ ਤੁਸੀਂ ਉਹਨਾਂ ਦੀ ਰੀਸ ਕਰ ਰਹੇ ਆ ਤਾਂ ਤੁਸੀਂ ਆਪਣੇ ਟਰੈਕ ਨੂੰ ਚੈੱਕ ਕਰੋ ਬੇਟਾ, ਤੁਸੀਂ ਰੋਂਗ ਟਰੈਕ ਤੇ ਜਾ ਰਹੇ ਆ। ਫਟੀਆਂ ਹੋਈਆਂ ਪੈਂਟਾਂ ਪਾਉਣਾ, ਮਸੀਹੀ ਲੋਕ, ਈਵਨ ਦੈਨ ਕਿ ਪਾਸਟਰਸ ਫਟੀਆਂ ਹੋਈਆਂ ਪੈਂਟਾਂ ਪਾ ਰਹੇ ਆ। ਅੱਜ ਤਾਂ ਜੇ ਅਸੀਂ ਕਹੀਏ ਕਿ ਇਹ ਫੈਸ਼ਨ ਆ, ਹੁਣ ਫੈਸ਼ਨ ਕਿਹੜੀ ਚੀਜ਼ ਨੂੰ ਕਿਹਾ ਜਾਂਦਾ? ਹਰ ਖਰਾਬ ਚੀਜ਼ ਨੂੰ ਫੈਸ਼ਨ ਦਾ ਨਾਮ ਦੇ ਦਿੱਤਾ ਜਾਂਦਾ ਕਿ ਫੈਸ਼ਨ ਆ। ਇੱਕ ਸਮਾਂ ਸੀ, ਚਾਹੇ ਵੈਸਟਰਨ ਸੀਗੇ, ਚਾਹੇ ਇੰਡੀਆ ਦੇ ਵਿੱਚ ਸੀ, ਚਾਹੇ ਏਸ਼ੀਅਨ ਸੀਗੇ, ਜੋ ਵੀ ਸੀਗੇ, ਉਹਨਾਂ ਦਾ ਜਿਹੜਾ ਕੱਪੜਾ ਲੱਤਾ ਸੀਗਾ ਉਹ ਇੱਕ ਸਾਦਗੀ ਭਰਾ ਕੱਪੜਾ ਲੱਤਾ ਸੀਗਾ ਉਹਨਾਂ ਦਾ। ਪਾਟੇ ਕੱਪੜੇ ਨਹੀਂ ਸੀਗੇ, ਫੈਸ਼ਨ ਜਿਹੜਾ ਸੀ ਪਾਟੇ ਕੱਪੜਿਆਂ ਦਾ ਨਹੀਂ ਸੀ, ਫੈਸ਼ਨ ਜਿਹੜਾ ਆ ਉਹ ਸਾਦਗੀ ਦਾ। ਅੱਛਾ, ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਨੌਜਵਾਨਾਂ ਨੂੰ,
ਤੁਸੀਂ ਕਦੀ ਪ੍ਰਾਈਮ ਮਿਨਿਸਟਰ ਨੂੰ ਫਟੀ ਹੋਈ ਪੈਂਟ ਪਾਈ ਦੇਖਿਆ? ਤੁਸੀਂ ਕਿਸੇ ਪ੍ਰਾਈਮ ਮਿਨਿਸਟਰ ਨੂੰ ਇੱਥੇ ਵਾਲੀਆਂ ਸਟੱਡ ਪਾਏ ਹੋਏ ਦੇਖਿਆ? ਜਾਂ ਕਿ ਉਹਨੇ ਸਾਰੀ ਬੋਡੀ ਤੇ ਟੈਟੂ ਕਰਵਾਏ ਹੋਏ ਆ? ਜਾਂ ਕਿਸੇ ਆਫਿਸਰ ਨੂੰ, ਕਿਸੇ ਸੀਨੀਅਰ ਆਫਿਸਰ ਨੂੰ, ਕਿਸੇ MLA MP ਨੂੰ? ਪਰ ਜਦੋਂ ਆਪਾਂ ਉਹਨਾਂ ਨੂੰ, ਆਪਣੇ ਸਾਰੇ ਸੀਨੀਅਰਸ ਨੂੰ ਦੇਖਦੇ ਹਾਂ, ਆਪਣੇ ਟੀਚਰਸ ਨੂੰ ਦੇਖਦੇ ਹਾਂ, ਆਪਣੇ ਸੀਨੀਅਰ ਆਫਿਸਰਸ ਨੂੰ ਦੇਖਦੇ ਹਾਂ, ਆਪਣੇ MLA ਨੂੰ ਦੇਖਦੇ ਹਾਂ, MP ਨੂੰ ਦੇਖਦੇ ਹਾਂ, ਪ੍ਰਾਈਮ ਮਿਨਿਸਟਰ ਨੂੰ ਦੇਖਦੇ ਹਾਂ, ਚੀਫ ਮਿਨਿਸਟਰ ਨੂੰ ਦੇਖਦੇ ਹਾਂ, ਆਪਾਂ ਉਹਨਾਂ ਨੂੰ ਇੱਕ ਬੜਾ ਜੈਂਟਲ ਡਰੈਸਅਪ ਹੋਏ ਦੇਖਦੇ ਹਾਂ, ਬੜਾ ਸਿੰਪਲ ਤਰੀਕੇ ਦੇ ਨਾਲ। ਅਰ ਮਤਲਬ ਪੂਰਾ ਉਹਨਾਂ ਨੇ ਜਿਹੜਾ ਆ ਉਹ ਕੱਪੜੇ ਪਾਏ ਹੁੰਦੇ ਆ, ਔਰ ਉਹ ਸੋਹਣੇ ਲੱਗਦੇ ਆ, ਨਾਈਸਲੀ ਉਹ ਜਿਹੜਾ ਰੈਡੀ ਹੋਏ ਹੁੰਦੇ ਆ। ਤੁਸੀਂ ਸੋਚੋ, ਉਹਨਾਂ ਦਾ ਅਹੁਦਾ ਇੰਨਾ ਵੱਡਾ ਹੈ, ਉਹ ਕਿਉਂ ਨਹੀਂ ਇੱਦਾਂ ਕਰਦੇ? ਇਹਦਾ ਮਤਲਬ ਇਹ ਚੀਜ਼ਾਂ ਜਿਹੜੀਆਂ ਆ ਹਾਈ ਰੈਪੂਟੇਸ਼ਨ ਦੇ ਲੋਕਾਂ ਦੇ ਉੱਤੇ ਸੱਜਦੀਆਂ ਨਹੀਂ ਆ। ਜੇ ਅਸੀਂ ਰਾਇਲ ਕੈਟਾਗਰੀ ਦੇ ਲੋਕ ਆ, ਵੀ ਕ੍ਰਿਸਚੀਅਨਸ ਆਰ ਰਾਇਲ ਕੈਟਾਗਰੀ। ਸਾਡੇ ਅੰਦਰ ਰਾਇਲ ਬਲੱਡ ਆ, ਕਿਉਂਕਿ ਪ੍ਰਭੂ ਯਿਸੂ ਮਸੀਹ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਆ। ਔਰ ਉਹਦਾ ਪਵਿੱਤਰ ਖੂਨ ਜਿਹੜਾ ਸਲੀਬ ਦੇ ਉੱਤੇ ਪ੍ਰਭੂ ਜੀ ਨੇ ਵਹਾਇਆ, ਉਹ ਸਾਡੇ ਅੰਦਰ ਆ। ਜਦੋਂ ਅਸੀਂ ਕਹਿੰਦੇ ਉਹਦੇ ਖੂਨ ਨੂੰ ਅਸੀਂ ਆਪਣੇ ਉੱਤੇ ਲੈਂਦੇ ਹਾਂ, ਸਾਡੇ ਅੰਦਰ ਲੈਂਦੇ, ਤਾਂ ਜਾ ਕੇ ਅਸੀਂ ਪਿਓਰ ਹੁੰਦੇ ਆ। ਤਾਂ ਸਾਡੇ ਅੰਦਰ ਰਾਇਲ ਬਲੱਡ ਆ, ਅਸੀਂ ਸ਼ਾਹੀ ਘਰਾਣੇ ਦੇ ਵਾਰਸ ਆ, ਅਸੀਂ ਰਾਜਕੁਮਾਰ ਰਾਜਕੁਮਾਰੀਆਂ ਆ, ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਆ। ਅਗਰ ਇਸ ਧਰਤੀ ਦੇ ਜਿਹੜੇ ਚੰਗੇ ਲੋਕ ਆ, ਇਸ ਧਰਤੀ ਦੇ ਜਿਹੜੇ ਰਾਜੇ ਰਾਣੀਆਂ ਆ, ਇਸ ਧਰਤੀ ਦੇ ਜਿਹੜੇ ਰੁਤਬੇਦਾਰ ਮਾਤਬਾਰ ਲੋਕ ਆ, ਉਹਨਾਂ ਨੂੰ ਫੱਟੇ ਹੋਏ ਕੱਪੜੇ ਨਹੀਂ ਸੱਜਦੇ, ਉਹਨਾਂ ਨੂੰ ਜਿਹੜੀਆਂ ਆ ਉਹ ਥਾਂ ਜਿਹੜੀਆਂ ਬਾਲੀਆਂ ਪਾਉਣੀਆਂ ਆ ਉਹ ਨਹੀਂ ਸੱਜਦੀਆਂ, ਟੈਟੂ ਗੁਦਵਾਉਣੇ ਜਿਹੜੇ ਨਹੀਂ ਸੱਜਦੇ। ਤਾਂ ਜਸਟ ਥਿੰਕ ਅਬਾਊਟ ਕਿ ਅਸੀਂ ਤਾਂ ਐਕਚੁਅਲ ਦੇ ਵਿੱਚ ਰਾਜੇ ਰਾਣੀਆਂ ਆ, ਅਸੀਂ ਤਾਂ ਐਕਚੁਅਲ ਦੇ ਵਿੱਚ ਰੁਤਬੇਦਾਰ ਮਾਤਬਾਰ ਲੋਕ ਆ, ਅਤੇ ਅਸੀਂ ਇੱਕ ਵੱਡੇ ਅਹੁਦੇ ਦੇ ਲੋਕ ਆ ਸਪਿਰਿਚੁਅਲੀ। ਮੈਂ ਸਪਿਰਿਚੁਅਲੀ ਗੱਲ ਕਰਦੀ ਹਾਂ, ਸਮਝਣ ਵਾਲਿਆਂ ਦੇ ਲਈ। ਅੱਜ ਦਾ ਮੈਸੇਜ ਸਮਝਣ ਵਾਲਿਆਂ ਦੇ ਲਈ ਆ, ਮੂਰਖਾਂ ਦੇ ਲਈ ਨਹੀਂ ਆ। ਤਾਂ ਸਾਨੂੰ ਸੋਚਣਾ ਹੋਊਗਾ। ਮੈਂ ਗਰਲਸ ਦੇ ਲਈ ਇੱਦਾਂ ਕਹਿ ਲਓ ਕਿ ਮੈਂ ਕਾਫੀ ਕੌਨਸ਼ੀਅਸ ਹਾਂ। ਅੱਜ ਕੱਲ੍ਹ ਮੇਰੀਆਂ ਬੇਟੀਆਂ, ਮੇਰੀਆਂ ਭੈਣਾਂ, ਮੈਂ ਕਹਿੰਦੀ ਹਾਂ, ਮੈਂ ਬਹੁਤ ਪਿਆਰ ਕਰਦੀ ਹਾਂ ਤੁਹਾਨੂੰ ਜਿਹੜੇ ਵੀ ਸੁਣ ਰਹੇ ਆ। ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਕਿਹੜੀ ਮਿਨਿਸਟਰੀ ਤੋਂ ਆ, ਪਰ ਮੇਰੇ ਲਈ ਮੈਟਰ ਕਰਦਾ ਕਿ ਤੁਸੀਂ ਪਰਮੇਸ਼ਵਰ ਦੀ ਚੁਣੀ ਹੋਈ ਪਰਜਾ ਆ। ਔਰ ਮੇਰੀਆਂ ਭੈਣਾਂ, ਮੇਰੀਆਂ ਬੇਟੀਆਂ ਜੋ ਵੀ ਇਸ ਪ੍ਰੋਗਰਾਮ ਨੂੰ, ਇਸ ਮੈਸੇਜ ਨੂੰ ਦੇਖ ਰਹੇ, ਤਾਂ ਮੇਰਾ ਉਹਨਾਂ ਦੇ ਕੋਲੇ ਮੇਰੀ ਰਿਕੁਐਸਟ ਕਹਿ ਲਓ ਜਾਂ ਮੇਰਾ ਸੁਜੈਸ਼ਨ ਕਹਿ ਲਓ ਉਹਨਾਂ ਨੂੰ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਕਿ ਅਗਰ ਇੱਕ ਔਰਤ ਜਾਂ ਇੱਕ ਕੁੜੀ ਬਹੁਤ ਆਪਣੇ ਜਿਸਮ ਦੇ ਉੱਤੇ ਬਹੁਤ ਥੋੜ੍ਹੇ ਜਿਹੇ ਕੱਪੜੇ ਪਾਏ, ਔਰ ਉਹ ਕਹੇ ਕਿ ਮੈਂ ਜੀ ਬਹੁਤ ਧਾਰਮਿਕ ਸੁਭਾਅ ਦੀ ਹਾਂ, ਕਿੰਨੇ ਜਾਣੇ ਮੰਨਣਗੇ ਕਿ ਉਹ ਧਾਰਮਿਕ ਸੁਭਾਅ ਦੀ ਆ? ਕਿ ਉਹਦੇ ਥੋੜ੍ਹੇ ਜਿਹੇ ਕੱਪੜੇ ਉਹਦੀ ਧਾਰਮਿਕਤਾ ਨੂੰ ਪ੍ਰਗਟ ਕਰਦੇ ਆ? ਪਰ ਸਾਨੂੰ ਦੇਖਣਾ ਚਾਹੀਦਾ ਕਿ ਕੋਈ ਵੀ ਧਾਰਮਿਕ ਪੁਸਤਕ ਇਹੋ ਜਿਹੀ ਨਹੀਂ ਆ ਜਿਹਦੇ ਵਿੱਚ ਔਰਤਾਂ ਨੂੰ, ਲੜਕੀਆਂ ਨੂੰ ਜਿਹੜਾ ਆ ਉਹ ਕਿਹਾ ਗਿਆ ਹੋਵੇ ਜਾਂ ਉਹਨਾਂ ਨੂੰ ਅਲਾਓ ਕੀਤਾ ਗਿਆ ਹੋਵੇ ਕਿ ਉਹ ਬਹੁਤ ਥੋੜ੍ਹੇ ਜਿਹੇ ਕੱਪੜੇ ਪਾ ਕੇ ਆਪਣਾ ਗੁਜ਼ਾਰਾ ਕਰ ਲੈਣ। ਅੱਜ ਤੁਸੀਂ ਦੇਖੋ ਦੁਨੀਆ 'ਚ ਕੀ ਹੋ ਰਿਹਾ ਕਿ ਜਿੱਦਾਂ ਜਿੱਦਾਂ ਧਨ ਵੱਧਦਾ ਆ ਇਨਸਾਨ ਦੇ ਕੋਲ, ਉੱਦਾਂ ਔਰਤਾਂ ਦੀ ਗੱਲ ਕਰ ਰਹੀ ਹਾਂ, ਜਿੱਦਾਂ ਉਹਨਾਂ ਦੇ ਕੋਲ ਧਨ ਵੱਧਦਾ, ਉਹਨਾਂ ਦੇ ਕਮਰਿਆਂ ਦੇ ਪਰਦੇ ਵੱਡੇ ਹੋ ਰਹੇ ਆ ਔਰ ਉਹਨਾਂ ਦੇ ਜਿਸਮ ਦੇ ਪਰਦੇ ਛੋਟੇ ਹੋ ਰਹੇ ਆ। ਤੁਸੀਂ ਚੈੱਕ ਕਰਕੇ ਦੇਖ ਸਕਦੇ ਇਸ ਫੈਕਟ ਨੂੰ ਕਿ ਜਿੱਦਾਂ ਧਨ ਵੱਧ ਰਿਹਾ ਆ, ਘਰ ਦੇ ਵਿੱਚ ਪਰਦਾ ਵੱਡਾ ਹੋ ਰਿਹਾ ਆ, ਉਹਨਾਂ ਦੀ ਬੈਠਕ ਦੇ ਪਰਦੇ 1 ਦੇ 2 ਹੋ ਰਹੇ ਆ, 2 ਦੇ 3 ਹੋ ਰਹੇ, ਉਹਨਾਂ ਦੇ ਉੱਤੇ ਝਾਲਰ ਵੀ ਲੱਗੀ ਆ, ਉਹਨਾਂ ਦੇ ਉੱਤੇ ਜਿਹੜਾ ਆ ਉਹ ਆਰ ਪਾਰ ਦਿਖਣ ਵਾਲੇ ਪਰਦੇ ਵੀ ਲੱਗੇ, ਅਤੇ ਉਹਨਾਂ ਦੇ ਉੱਤੇ ਫਿਰ ਇੱਕ ਪਰਦੇ ਲੱਗੇ ਜਿਨ੍ਹਾਂ ਨੂੰ ਡਬਲ ਲਾਈਨਿੰਗ ਲਾਈ ਗਈ ਆ ਕਿ ਬਾਹਰਲੀ ਜਿਹੜੀ ਲੋ ਆ ਉਹ ਅੰਦਰ ਨਾ ਆਏ। ਤਾਂ ਉਹਨਾਂ ਦੇ ਉਹ ਘਰਾਂ ਦੇ ਪਰਦੇ ਜਿਹੜੇ ਆ ਉਹ ਵੱਧ ਰਹੇ ਆ ਔਰ ਜਿਸਮ ਦਾ ਪਰਦਾ ਜਿਹੜਾ ਆ ਘਟ ਰਿਹਾ ਆ। ਅਗਰ ਥੋੜ੍ਹੇ ਕੱਪੜੇ ਪਾਉਣ ਦੇ ਨਾਲ ਤੁਸੀਂ ਆਪਣੀ ਧਾਰਮਿਕਤਾ ਨੂੰ ਪ੍ਰਗਟ ਨਹੀਂ ਕਰ ਸਕਦੇ, ਤੁਸੀਂ, ਕਿਉਂਕਿ ਜੋ ਤੁਹਾਡਾ ਮਨ ਆ ਉਹ ਉਸੇ ਤਰੀਕੇ ਦੇ ਨਾਲ ਤੁਸੀਂ ਡਰੈਸਅਪ ਹੁੰਦੇ ਆ। ਤੁਹਾਡਾ ਮਨ ਜਿਹੜਾ ਆ ਉਹ ਤੁਹਾਡੇ ਕੱਪੜਿਆਂ ਦੇ ਰਾਹੀਂ ਤੁਹਾਡੀ ਤਸਵੀਰ ਨਜ਼ਰ ਆਉਂਦੀ ਕਿ ਤੁਹਾਡਾ ਮਨ ਕਿੱਦਾਂ ਦਾ ਆ, ਤੁਹਾਡੇ ਮਨ ਦੇ ਅੰਦਰ ਕੀ ਵਿਚਾਰ ਕਿਹੋ ਜਿਹੇ ਆ ਤੁਹਾਡੇ।
ਐਗਜ਼ੈਕਟ ਨਹੀਂ ਸਮਝ ਸਕਦੇ ਪਰ ਉਹਦਾ ਆਈਡੀਆ ਤਾਂ ਲੈ ਸਕਦੇ ਆ ਨਾ ਤੁਹਾਡੀ ਡਰੈਸਿੰਗ ਸੈਂਸ ਦੇ ਰਾਹੀਂ। ਤਾਂ ਸਾਨੂੰ ਬੜਾ ਹੀ ਸੁਚੇਤ ਹੋਣ ਦੀ ਜ਼ਰੂਰਤ। ਕੀ ਕਰਨਾ ਇਹੋ ਜਿਹੇ ਮਾਡਰਨ ਹੋਣ ਨੂੰ, ਕੀ ਕਰਨਾ ਇਹੋ ਜਿਹੇ ਕਹਿ ਲਓ ਫੈਸ਼ਨ ਨੂੰ ਜਿਹੜਾ ਤੁਹਾਡੀ ਇਮੇਜ ਨੂੰ ਖਰਾਬ ਕਰ ਦੇ, ਤੁਹਾਡੀ ਲੁੱਕ ਦੇਖਣ ਤੋਂ ਲੱਗੇ ਕਿ ਨਹੀਂ ਇਹ ਬੰਦਾ ਇੱਜ਼ਤਦਾਰ ਨਹੀਂ ਆ। ਮੈਂ ਇੱਦਾਂ ਕਹਿੰਦੀ ਕਿ ਅਗਰ ਤੁਸੀਂ ਸੋਚੋ ਕਿ ਅਗਰ ਦੋ ਲੜਕੇ ਖੜੇ ਆ, ਇੱਕ ਲੜਕਾ ਜਿੰਨੇ ਫਟੀ ਹੋਈ ਪੈਂਟ ਪਾਈ ਆ, ਉਹਨੇ ਅੱਖਾਂ ਦੇ ਵਿੱਚ ਵੀ ਬਾਲੀਆਂ, ਕੰਨਾਂ 'ਚ ਵੀ ਬਾਲੀਆਂ, ਨਾਸਾਂ 'ਚ ਵੀ ਬਾਲੀਆਂ ਤੇ ਟੈਟੂਜ਼ ਗੁਦਵਾਏ ਹੋਏ ਆ ਤੇ ਬਾਲ ਉਹਨੇ ਮੋਰ ਵਾਂਗ ਖੜੇ ਕੀਤੇ ਆ 5-6 ਰੰਗਾਂ ਦੇ ਕਰਕੇ। ਔਰ ਇੱਕ ਲੜਕਾ ਹੋਏ ਉਹ ਬੜਾ ਜੈਂਟਲ ਡਰੈਸਅਪ ਹੋਏ, ਨੋਰਮਲੀ ਹੋਏ ਔਰ ਸੇਮ ਏਜ ਦੇ ਹੋਣ। ਸਾਡੇ ਕੋਲ ਅਗਰ ਕੋਈ 2-4 ਸਾਲ ਦਾ, 5 ਸਾਲ ਦਾ, 7 ਸਾਲ ਦਾ ਬੱਚਾ ਹੋਏ ਤਾਂ ਅਸੀਂ ਉਸ ਬੱਚੇ ਨੂੰ ਕਿਹੜੇ ਨੌਜਵਾਨ ਦੇ ਕੋਲ ਛੱਡ ਕੇ ਜਾਣਾ ਪਸੰਦ ਕਰਾਂਗੇ? ਉਸ ਨੌਜਵਾਨ ਕੋਲ ਜਿਹੜਾ ਤੁਰਿਆ ਫਿਰਦਾ ਕਾਰਟੂਨ ਆ, ਜਾਂ ਉਸ ਨੌਜਵਾਨ ਦੇ ਕੋਲ ਜਿਹੜਾ ਸਾਦਗੀ ਦੀ ਤਸਵੀਰ ਆ? ਮੈਨੂੰ ਇੱਦਾਂ ਜਾਪਦਾ ਜੇ ਮੈਂ ਪਰਸਨਲੀ ਮੇਰਾ ਤੁਸੀਂ ਪੁੱਛੋ ਤਾਂ ਮੈਂ ਤਾਂ ਉਸ ਸਾਦੇ ਜਿਹੇ ਨੌਜਵਾਨ ਦੇ ਲਾਗੇ ਨਿਆਣਾ ਛੋਟਾ ਜਿਹੜਾ ਉਹ ਛੱਡ ਕੇ ਜਾਊਂਗੀ, ਕਿਉਂਕਿ ਮੈਨੂੰ ਲੱਗਣਾ ਕਿ ਹਾਂ ਬਈ ਠੀਕ ਆ। ਅਗਰ ਅਸੀਂ ਉਸ ਤਰੀਕੇ ਦੇ ਨਾਲ ਅਸੀਂ ਇੱਕ ਛੋਟੇ ਬੱਚੇ ਨੂੰ ਵੀ ਉਸ ਕਾਰਟੂਨ ਦੇ ਲਾਗੇ ਨਹੀਂ ਛੱਡ ਸਕਦੇ, ਮੈਂ ਤਾਂ ਇਹੋ ਜਿਹਾ ਨੂੰ ਕਾਰਟੂਨ ਕਹੂੰਗੀ, ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੀ ਦਿੱਤੀ ਹੋਈ ਐਕਚੁਅਲ ਤਸਵੀਰ ਨੂੰ ਹੀ ਜਿਹੜੀ ਆ ਖਰਾਬ ਕਰ ਦਿੱਤਾ। ਤਾਂ ਕਿੱਦਾਂ ਕੋਈ ਆਪਣੇ ਵੱਡੇ ਧੀ ਪੁੱਤਰ ਨੂੰ ਉਹਦੇ ਲਾਗੇ ਖੜਾ ਕਰ ਸਕਦਾ ਆ? ਤਾਂ ਤੁਹਾਡੀ ਇਮੇਜ ਜਿਹੜੀ ਆ ਉਹਨਾਂ ਫੈਸ਼ਨਾਂ ਦੇ ਨਾਲ ਜਿਹੜੇ ਖਰਾਬ ਆ ਉਹ ਸੁਧਰਦੀ ਨਹੀਂ ਪਰ ਵਿਗੜਦੀ ਆ। ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਆ। ਮੈਂ ਤੁਹਾਨੂੰ ਇੱਦਾਂ ਕਹਿੰਦੀ, ਜੇ ਤੁਹਾਡੇ ਕੋਲ ਬਹੁਤ ਧਨ ਆ ਮਹਿੰਗੇ ਕੱਪੜੇ ਪਾ ਲਓ, ਕੋਈ ਗੱਲ ਨਹੀਂ, ਮੈਂ ਤੁਹਾਨੂੰ ਮਹਿੰਗੇ ਕੱਪੜੇ ਪਾਉਣ ਤੋਂ ਨਹੀਂ ਰੋਕਦੀ, ਪਰ ਇੱਜ਼ਤ ਵਾਲੇ ਕੱਪੜੇ ਪਾਓ। ਜੇ ਤੁਹਾਡੇ ਕੋਲ ਬਹੁਤ ਧਨ ਆ ਸਗੋਂ ਗਿੱਠ ਵੱਧ ਕੱਪੜਾ ਲੈ ਲਓ। ਪਾਟੇ ਕੱਪੜੇ ਪਾ ਕੇ ਕੋਈ ਤੁਹਾਡੇ ਹੱਥ ਤੇ ਰੁਪਈਆ ਧੇਲੀ ਰੱਖ ਜੇ ਮੰਗਤਾ ਸਮਝ ਕੇ, ਉਹ ਚੰਗਾ ਕਿ ਤੁਹਾਡੇ ਸਹੀ ਸਲਾਮਤ ਕੱਪੜੇ ਦੇ ਕੇ ਕੋਈ ਤੁਹਾਨੂੰ ਸਲੂਟ ਮਾਰਦੇ, ਉਹ ਚੰਗਾ? ਤਾਂ ਆਪਣੀ ਇੱਜ਼ਤ ਆਪਣੇ ਹੱਥ, ਇਹੀ ਵੈਰੀ ਦਾ ਏਜੰਡਾ ਆ। ਪਿਆਰੋ ਬੇਟਿਓ ਤੇ ਪਿਆਰੀਓ ਬੇਟੀਓ, ਤੁਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਆ, ਸਾਡੇ ਤੁਸੀਂ ਭੈਣਾਂ ਭਰਾ ਆ, ਜਾਂ ਸਾਡੇ ਵੀ ਪੁੱਤਰਾਂ ਧੀਆਂ ਦੇ ਵਾਂਗ ਆ ਤੁਸੀਂ। ਤਾਂ ਮੈਂ ਤੁਹਾਨੂੰ ਅੱਜ ਇਹੀ ਰਿਕੁਐਸਟ ਕਰਨੀ ਆ ਕਿ ਇਹ ਜਿਹੜੀ ਪਲੈਨਿੰਗ ਕੀਤੀ ਆ ਵੈਰੀ ਨੇ ਆਉਣ ਵਾਲੀ ਨਸਲ ਨੂੰ ਵਿਗਾੜਨ ਦੀ, ਆਉਣ ਵਾਲੀ ਪੀੜ੍ਹੀ ਨੂੰ ਵਿਗਾੜਨ ਦੀ, ਪਲੀਜ਼ ਤੁਸੀਂ ਸੁਚੇਤ ਹੋ ਜਾਓ। ਤੁਸੀਂ ਜੈਂਟਲ ਵੇ ਨਾਲ ਡਰੈਸਅਪ ਹੋਣਾ ਸ਼ੁਰੂ ਕਰੋ, ਚੰਗੇ ਕੰਮ ਕਰਨੇ ਸ਼ੁਰੂ ਕਰੋ, ਬੁਰੀ ਸੰਗਤੀ ਦੇ ਵਿੱਚੋਂ ਬਾਹਰ ਨਿਕਲ ਆਓ। ਅਗਰ ਤੁਹਾਡਾ ਕੋਈ ਬਹੁਤ ਹੀ ਪਿਆਰਾ ਦੋਸਤ ਆ, ਜੇ ਉਹਦੇ ਕੰਮ ਚੰਗੇ ਨਹੀਂ ਆ, ਜਾਂ ਤਾਂ ਉਹਨੂੰ ਦੱਸੋ ਵੀ ਤੇਰੇ ਕੰਮ ਨਹੀਂ ਚੰਗੇ, ਤੂੰ ਕੰਮ ਬਦਲ ਲਾ। ਅਗਰ ਉਹ ਕੰਮ ਬਦਲਣ ਦੇ ਲਈ ਨਹੀਂ ਤਿਆਰ ਤੇ ਫਿਰ ਤੁਸੀਂ ਦੋਸਤ ਬਦਲ ਲਓ। ਮੇਰੇ ਖਿਆਲ 'ਚ ਸਭ ਤੋਂ ਚੰਗਾ ਇਹੀ ਆ ਕਿ ਅਗਰ ਸਾਡੇ ਦੋਸਤ ਮਿੱਤਰ ਵੀ ਜਿਹੜੇ ਆ ਉਹ ਮਸੀਹਤ ਦੇ ਵਿੱਚ ਹੀ ਹੋਣ, ਉਹ ਮੋਰ ਕੰਫਰਟੇਬਲ ਆ, ਜ਼ਿਆਦਾ ਸਾਡੇ ਲਈ ਜਿਹੜਾ ਸਿਖਾਲਾ ਆ ਕਰਕੇ, ਫਿਰ ਉਹ ਆਪਾਂ ਨੂੰ ਕਈਆਂ ਚੀਜ਼ਾਂ ਤੇ ਜਦੋਂ ਆਪਾਂ ਸੇਮ ਕੈਟਾਗਰੀ ਦੇ ਨਹੀਂ ਹੁੰਦੇ ਤਾਂ ਕਿੰਨੀਆਂ ਥਾਵਾਂ ਤੇ ਜਾ ਕੇ ਆਪਾਂ ਨੂੰ ਜਿਹੜਾ ਆ ਉਹ ਕਈ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਆ। ਇੱਦਾਂ ਆਪਾਂ ਨੂੰ ਫੇਸ ਕਰਨੀਆਂ ਪੈਂਦੀਆਂ ਵੀ ਕਈਆਂ ਥਾਵਾਂ ਤੇ ਉਹਨਾਂ ਨੇ ਕਹਿਣਾ ਵੀ ਲੈ ਮੈਂ ਵੀ ਤਾਂ ਤੇਰੇ ਨਾਲ ਗਿਆ ਹੀ ਸੀਗਾ, ਤੁਹਾਡੀ ਚਰਚ ਨੂੰ ਚਲੇ ਗਿਆ ਸੀ ਮੈਂ ਤਾਂ ਉੱਥੇ ਜਾ ਕੇ ਮੈਨੂੰ ਤਾਂ ਕੁਛ ਨਹੀਂ ਹੋਇਆ, ਹੁਣ ਤੂੰ ਵੀ ਮੇਰੇ ਨਾਲ ਫਲਾਣੇ ਥਾਂ ਨੂੰ ਚੱਲ, ਫਲਾਣੀ ਜਗ੍ਹਾ ਤੇ ਚੱਲ, ਤੂੰ ਵੀ ਜਾ ਕੇ ਮੂਰਤੀ ਪੂਜਾ ਕਰ ਜਾਂ ਕੁਛ ਵੀ, ਤੂੰ ਵੀ ਉਹ ਚੀਜ਼ਾਂ ਖਾ ਜਿਹੜੀਆਂ ਚੀਜ਼ਾਂ ਖਾਣੀਆਂ ਸਾਨੂੰ ਪਵਿੱਤਰ ਬਾਈਬਲ ਅਲਾਓ ਨਹੀਂ ਕਰਦਾ। ਤਾਂ ਉੱਥੇ ਜਾ ਕੇ ਤੁਹਾਡੀ ਜਿਹੜੀ ਦੋਸਤੀ ਆ ਉਹ ਖਤਰੇ ਦੇ ਵਿੱਚ ਜਾਊਗੀ। ਯਾਰ ਕਈ ਵਾਰੀ ਕਈ ਬੱਚੇ ਆਪਣੀ ਫਰੈਂਡਸ਼ਿਪ ਨੂੰ ਸੇਵ ਰੱਖਣ ਦੇ ਲਈ, ਉਹਨੂੰ ਪ੍ਰੋਟੈਕਟ ਕਰਨ ਦੇ ਲਈ ਉਹ ਉਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਆ ਉਹ ਆਪਣਾ ਹੱਥ ਪਾ ਲੈਂਦੇ ਜਿਹੜੀਆਂ ਚੀਜ਼ਾਂ ਆਪਾਂ ਨੂੰ ਪਵਿੱਤਰ ਬਾਈਬਲ ਨੇ ਮਨਾ ਕੀਤੀਆਂ ਆ। ਪਰ ਆਪਾਂ ਇੱਦਾਂ ਨਹੀਂ ਕਰ ਸਕਦੇ। ਜੋ ਆਪਾਂ ਨੂੰ ਪਰਮੇਸ਼ਵਰ ਨੇ ਮਨਾ ਕੀਤਾ ਉਹ ਮਨਾ ਹੀ ਆ, ਔਰ ਜੋ ਆਪਾਂ ਨੂੰ ਕਰਨ ਦੇ ਲਈ ਕਿਹਾ ਆਪਾਂ ਸਿਰਫ ਉਹੀ ਕਰਨਾ ਆ। ਫਿਰ ਜਦੋਂ ਸਾਡੇ ਫਰੈਂਡਸ ਮਸੀਹ ਦੇ ਵਿੱਚ ਹੁੰਦੇ ਆ ਜਾਂ ਆਪਾਂ ਸੇਮ ਕੈਟਾਗਰੀ ਦੇ ਹੁੰਦੇ ਆ ਤਾਂ ਕੋਈ ਟਰਬਲ ਅਗਰ ਆਉਂਦੀ ਆਪਾਂ ਮਿਲ ਕੇ ਪ੍ਰਾਰਥਨਾ ਕਰ ਸਕਦੇ ਆ। ਪਰ ਜੇ ਆਪਣੇ ਕੋਲੇ ਡਿਫਰੈਂਟ ਕੈਟਾਗਰੀ ਦਾ ਆ ਫਰੈਂਡ ਤਾਂ ਉਹਨੇ ਕੀ ਕਰਨਾ ਆ, ਉਹਨੇ ਆਪਣਾ ਮਜ਼ਾਕ ਉਡਾਉਣ ਲੱਗ ਜਾਣਾ,
ਆਪਾਂ ਕਿਸੇ ਛੋਟੀ ਗੱਲ ਤੇ ਵੀ ਪ੍ਰਾਰਥਨਾ ਕਰਨੀ ਆ, ਉਤੇ ਉਹਨੇ ਕਹਿਣਾ ਲੈ ਵੱਡਾ ਬਾਬਾ, ਵੱਡੀ ਬੀਬੀ, ਸਾਧਨੀ, ਸਾਧ ਜਾਂ ਕੁਝ ਵੀ, ਤਾਂ ਉੱਥੇ ਤੁਸੀਂ ਫੈਡਅਪ ਹੋਣਾ। ਔਰ ਦੂਜਾ ਸਮਾਂ ਜਦੋਂ ਨੈਕਸਟ ਟਾਈਮ ਤੁਹਾਨੂੰ ਲੱਗਣਾ ਕਿ ਨਹੀਂ ਯਾਰ ਇਹਨਾਂ ਨੇ ਮੇਰਾ ਮਜ਼ਾਕ ਉਡਾਉਣਾ, ਮੈਂ ਪ੍ਰਾਰਥਨਾ ਹੀ ਨਹੀਂ ਕਰਨੀ, ਤਾਂ ਤੁਸੀਂ ਬਿਨਾਂ ਪ੍ਰਾਰਥਨਾ ਕੀਤਿਆਂ ਹੀ ਚਲੇ ਜਾਣਾ। ਅਗਰ ਤੁਸੀਂ ਡਿਫਰੈਂਟ ਕੈਟਾਗਰੀ ਦੇ ਵਿੱਚ ਤੁਹਾਡੀ ਫਰੈਂਡਸ਼ਿਪ ਆ, ਤਾਂ ਤੁਸੀਂ ਖਾਣਾ ਪੀਣਾ ਜਿਹੜਾ ਆ ਉਹ ਖਾਣ ਲੱਗਿਆ, ਜੇ ਤੁਸੀਂ ਸੇਮ ਕੈਟਾਗਰੀ ਦੇ ਆ, ਤੁਸੀਂ ਖਾਣ ਪੀਣ ਦੇ ਲੱਗਿਆ ਤੁਸੀਂ ਪ੍ਰਾਰਥਨਾ ਕਰਨੀ ਆ ਕਿ ਆਓ ਆਪਾਂ ਪ੍ਰਾਰਥਨਾ ਕਰੀਏ, ਪ੍ਰਭੂ ਨੇ ਦਿੱਤਾ, ਤੇ ਸਾਰਿਆਂ ਨੇ ਤੁਹਾਡੇ ਨਾਲ ਐਗਰੀ ਕਰਨਾ, ਕਰਕੇ ਉਸ ਸਾਰੀ ਕੈਟਾਗਰੀ ਨੂੰ ਪਤਾ ਆ ਕਿ ਅਸੀਂ ਮਸੀਹਤ ਦੇ ਵਿੱਚ ਹਾਂ। ਸਾਨੂੰ ਪਰਮੇਸ਼ਵਰ ਨੇ ਸਿਖਾਇਆ ਕਿ ਧੰਨਵਾਦ ਕਰਕੇ ਜਿਹੜਾ ਆ ਉਹ ਬੁਰਕੀ ਨੂੰ ਤੋੜੋ, ਔਰ ਰੋਜ਼ ਦੀ ਰੋਟੀ ਦੇ ਲਈ ਔਰ ਸਗੋਂ ਹਰ ਮੀਲ ਦੇ ਲਈ ਪਰਮੇਸ਼ਵਰ ਦਾ ਧੰਨਵਾਦ ਕਰੋ। ਪਰ ਜਦੋਂ ਅਸੀਂ ਦੂਜੇ ਲੋਕਾਂ ਦੇ ਵਿੱਚ ਹੋਣਾ, ਅਗਰ ਉਹ 7-8 ਜਾਣੇ ਆ, ਇੱਕ ਇਕੱਲਾ ਬੇਟਾ ਬੇਟੀ ਜਿਹੜੀ ਆ ਉਹ ਕ੍ਰਿਸਚਨ ਆ, ਤਾਂ ਉਹਨਾਂ ਨੇ ਦੇਖਣਾ ਵੀ ਇਹ ਹੱਸਣ ਨਾ, ਇਹ ਮੇਰਾ ਮਜ਼ਾਕ ਨਾ ਉਡਾ ਦੇਣ, ਤੇ ਉਹਨੇ ਵੀ ਬਿਨਾਂ ਥੈਂਕ ਯੂ ਕੀਤਿਆਂ ਹੀ ਉਹ ਜਿਹੜਾ ਹੈ ਉਹ ਖਾਣਾ ਸ਼ੁਰੂ ਕਰ ਦੇਣਾ, ਜੋ ਕਿ ਗਲਤ ਆ। ਜਾਂ ਤਾਂ ਤੁਸੀਂ ਆਪਣੇ ਆਪ ਦੇ ਵਿੱਚ ਇੰਨੇ ਪਾਵਰਫੁਲ ਬਣੋ ਕਿ ਤੁਸੀਂ ਹਰ ਉਹ ਕੰਮ ਕਰੋ ਉਹਨਾਂ ਦੇ ਵਿੱਚ ਰਹਿ ਕੇ ਵੀ ਜੋ ਤੁਹਾਨੂੰ ਪਰਮੇਸ਼ਵਰ ਨੇ ਕਰਨ ਦੇ ਲਈ ਕਿਹਾ, ਹਰ ਉਸ ਕੰਮ ਦਾ ਇਨਕਾਰ ਕਰ ਸਕੋ ਜੇ ਇਸ ਕੰਮ ਦਾ ਇਨਕਾਰ ਕਰਨ ਦੇ ਲਈ ਪਰਮੇਸ਼ਵਰ ਨੇ ਕਿਹਾ, ਤਾਂ ਤੁਸੀਂ ਡਿਫਰੈਂਟ ਕੈਟਾਗਰੀਜ਼ ਦੇ ਲੋਕਾਂ ਦੇ ਵਿੱਚ ਰਹਿ ਸਕਦੇ ਆ। ਅਦਰਵਾਈਜ਼ ਜੇ ਤੁਸੀਂ ਇੱਦਾਂ ਨਹੀਂ ਕਰ ਸਕਦੇ, ਮਸੀਹ ਦੀ ਗਵਾਹੀ ਨੂੰ ਪ੍ਰਗਟ ਨਹੀਂ ਕਰ ਸਕਦੇ, ਤੁਸੀਂ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਦੂਜਿਆਂ ਦੇ ਸਾਹਮਣੇ ਮਜ਼ਾਕ ਬਣੂਗਾ, ਤਾਂ ਫਿਰ ਤੁਸੀਂ ਉਹਨਾਂ ਤੋਂ ਕੰਨੀ ਕਰ ਲਓ, ਤੁਸੀਂ ਆਪਣੇ ਆਪ ਨੂੰ ਉਹਨਾਂ ਨਾਲੋਂ ਵੱਖਰੇ ਕਰ ਲਓ। ਪਰ ਤੁਸੀਂ ਸਾਡੀ ਨੈਕਸਟ ਜਨਰੇਸ਼ਨ ਹੋ, ਤੁਸੀਂ ਕ੍ਰਿਸਚੈਨਿਟੀ ਦੀ ਨੈਕਸਟ ਜਨਰੇਸ਼ਨ ਹੋ, ਤੁਹਾਡੇ ਲਾਈਫ ਦੇ ਵਿੱਚ ਪਰਮੇਸ਼ਵਰ ਦੀਆਂ ਵੰਡਰਫੁਲ ਪਲੈਨਿੰਗਸ ਆ, ਪਰਮੇਸ਼ਵਰ ਨੇ ਤੁਹਾਨੂੰ ਬਹੁਤ ਪ੍ਰੋਸਪਰ ਕਰਨਾ ਆ, ਪਰਮੇਸ਼ਵਰ ਨੇ ਤੁਹਾਨੂੰ ਬਹੁਤ ਯੂਜ਼ ਕਰਨਾ ਆ ਸਪਿਰਿਚੁਅਲ ਵੇ ਦੇ ਨਾਲ ਵੀ, ਔਰ ਇਸ ਸੰਸਾਰਿਕ ਤੌਰ 'ਤੇ ਵੀ ਪਰਮੇਸ਼ਵਰ ਦੀ ਤੁਹਾਡੇ ਲਈ ਬਹੁਤ ਵੰਡਰਫੁਲ ਪਲੈਨਿੰਗਸ ਆ, ਬਹੁਤ ਖਾਸ ਵਿਸ਼ੇਸ਼ ਅਦਭੁਤ ਯੋਜਨਾਵਾਂ ਆ ਤੁਹਾਡੇ ਲਈ। ਜਦੋਂ ਤੁਸੀਂ ਉਹਨਾਂ ਯੋਜਨਾਵਾਂ ਦਾ ਪਾਰਟ ਪਲੇ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰੋਗੇ, ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਤੁਸੀਂ ਆਓਗੇ, ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਤੁਸੀਂ ਝੁਕੋਗੇ ਕਿ ਪ੍ਰਭੂ ਮੇਰੀ ਲਾਈਫ ਦੇ ਵਿੱਚ ਤੁਸੀਂ ਆਪਣੀ ਮਰਜ਼ੀ ਨੂੰ ਪੂਰੀਆਂ ਕਰੋ, ਪ੍ਰਭੂ ਮੈਂ ਰੈਡੀ ਹਾਂ, ਜੋ ਵੀ ਪਲੈਨਿੰਗ ਪ੍ਰਭੂ ਜੀ ਤੁਸੀਂ ਬਣਾਈ ਆ ਉਹ ਤੁਹਾਡੀ ਪਲੈਨਿੰਗ ਮੇਰੀ ਲਾਈਫ ਦੇ ਵਿੱਚ ਪੂਰੀ ਹੋ ਜਾਏ। ਤੁਸੀਂ ਇੱਕ ਅਦਭੁਤ ਰੀਤੀ ਦੇ ਨਾਲ ਆਪਣੀ ਲਾਈਫ ਦੇ ਵਿੱਚ ਇੱਕ ਵੱਡੇ ਰਿਵਾਈਵਲ ਨੂੰ, ਇੱਕ ਵੱਡੇ ਚੇਂਜ ਨੂੰ ਤੁਸੀਂ ਦੇਖੋਗੇ, ਤੁਸੀਂ ਬਦਲ ਜਾਣਾ, ਤੁਸੀਂ ਹੋਰ ਦੇ ਹੋਰ ਹੋ ਜਾਣਾ, ਤੁਹਾਡੇ ਕੋਲ ਇੱਕ ਸੁਪਰ ਨੈਚੁਰਲ ਪਾਵਰ ਆ ਜਾਣੀ, ਤੁਹਾਡੇ ਕੋਲ ਇੱਕ ਸੁਪਰ ਨੈਚੁਰਲ ਸਟਰੈਂਥ ਆ ਜਾਣੀ, ਤੁਹਾਡੇ ਉੱਤੇ ਇੱਕ ਸੁਪਰ ਨੈਚੁਰਲ ਸੁਪਰ ਪਾਵਰਫੁਲ ਫਰੈਸ਼ ਅਨੋਇੰਟਿੰਗ ਪਰਮੇਸ਼ਵਰ ਨੇ ਤੁਹਾਨੂੰ ਦੇ ਦੇਣੀ, ਔਰ ਤੁਸੀਂ ਚੱਲਦਾ ਫਿਰਦਾ ਜਿਹੜਾ ਆ ਪਰਮੇਸ਼ਵਰ ਦੀ ਐਨਰਜੀ ਦਾ ਸਰੋਤ ਬਣ ਜਾਣਾ, ਸੋਰਸ ਆਫ ਐਨਰਜੀ ਬਣ ਜਾਣਾ, ਤੁਸੀਂ ਪੋਜ਼ਿਟਿਵ ਐਨਰਜੀ ਦਾ ਸੋਰਸ ਬਣ ਜਾਣਾ, ਔਰ ਕੋਈ ਤੁਹਾਨੂੰ ਹਰਾ ਨਹੀਂ ਸਕਦਾ, ਕੋਈ ਤੁਹਾਨੂੰ ਮਾਰ ਨਹੀਂ ਸਕਦਾ, ਕਿਉਂਕਿ ਪਰਮੇਸ਼ਵਰ ਤੁਹਾਡੇ ਵੱਲ ਆ, ਤੁਹਾਡੇ ਰੂਹ ਦਾ ਕੋਈ ਨਾਸ਼ ਨਹੀਂ ਕਰ ਸਕਦਾ। ਪਰਮੇਸ਼ਵਰ ਨੇ ਆਪਣੇ ਸਵਰਗਦੂਤ ਤੁਹਾਡੇ ਲਈ ਲਾਏ ਹੋਏ ਆ ਤੁਹਾਡੀ ਹਿਫਾਜ਼ਤ ਕਰਨ ਦੇ, ਪਰ ਉਸ ਤੋਂ ਪਹਿਲਾਂ ਉਹ ਸਾਰੇ ਐਡਵਾਂਟੇਜ ਜਿਹੜੇ ਆ ਉਹ ਲੈਣ ਦੇ ਪਹਿਲਾਂ, ਜੋ ਵੀ ਫਾਇਦੇ ਆ ਉਹ ਲੈਣ ਤੋਂ ਪਹਿਲਾਂ ਸਾਨੂੰ ਪਰਮੇਸ਼ਵਰ ਦੇ ਅੱਗੇ ਝੁਕਣਾ ਹੋਊਗਾ, ਆਪਣੀਆਂ ਗਲਤੀਆਂ ਤੋਂ ਤੌਬਾ ਕਰਨੀ ਹੋਊਗੀ ਕਿ ਪ੍ਰਭੂ ਜੀ ਪਿਛਲੇ ਸਮੇਂ 'ਚ ਜੋ ਵੀ ਮੇਰੇ ਤੋਂ ਗਲਤੀਆਂ ਹੋਈਆਂ ਪਲੀਜ਼ 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 ਗੋਡ ਮੈਨੂੰ ਉਹ ਮਾफ़ ਕਰ ਦਿਓ। ਸੱਚੇ ਦਿਲ ਤੋਂ ਤੌਬਾ ਕਰਨੀ ਹੈ, ਪੂਰੇ ਦਿਲ ਨਾਲ ਕਹਿਣਾ ਪ੍ਰਭੂ ਜੀ ਪਲੀਜ਼ ਮੇਰੀਆਂ ਗਲਤੀਆਂ ਮਾफ़ ਕਰ ਦਿਓ, ਪ੍ਰਭੂ ਮੈਂ ਫਲਾਣੇ ਸਮੇਂ 'ਤੇ ਵੀ ਮੇਰੇ ਤੋਂ ਗਲਤੀ ਹੋਈ ਸੀ। ਆਪਣੀਆਂ ਗਲਤੀਆਂ ਨੂੰ ਯਾਦ ਕਰਨਾ, ਕਿਉਂਕਿ ਜਦੋਂ ਤੁਸੀਂ ਆਪਣੀਆਂ ਗਲਤੀਆਂ ਨੂੰ ਯਾਦ ਕਰੋਗੇ ਤੁਹਾਨੂੰ ਚੇਤੇ ਆ ਜਾਣੀਆਂ ਹੈ। ਅਦਰਵਾਈਜ਼ ਜਦੋਂ ਬੰਦਾ ਆਪਣੀਆਂ ਗਲਤੀਆਂ ਨੂੰ ਚੇਤੇ ਨਹੀਂ ਕਰਦਾ, ਉਹਨੂੰ ਲੱਗਦਾ ਮੈਂ ਤਾਂ ਕੋਈ ਗਲਤੀ ਕੀਤੀ ਹੀ ਨਹੀਂ। ਜਦੋਂ ਤੁਸੀਂ ਕਹੋਗੇ ਕਿ ਮੈਨੂੰ ਮੇਰੀ ਗਲਤੀ ਯਾਦ ਆਏ, ਐਵਰੀ ਡੇ ਤੁਸੀਂ ਕਿੰਨੀਆਂ ਗਲਤੀਆਂ ਕੀਤੀਆਂ ਤੁਹਾਨੂੰ ਸਾਰੀਆਂ ਹੀ ਚੇਤੇ ਆ ਜਾਣੀਆਂ, ਔਰ ਉਹਨਾਂ ਸਾਰੀਆਂ ਹੀ ਗਲਤੀਆਂ ਦੀ 1 ਬਾਏ 1 ਨਹੀਂ, ਤੁਸੀਂ ਇੱਕੋ ਵਾਰੀ ਵੀ ਮਾफ़ੀ ਕਰ ਸਕਦੇ ਕਿ ਪ੍ਰਭੂ ਮੈਨੂੰ ਪਲੀਜ਼ ਜੋ ਵੀ ਹੁਣ ਤੋਂ ਪਿੱਛੇ ਤੋਂ ਲੈ ਕੇ ਹੁਣ ਤੱਕ ਜੋ ਮੇਰੇ ਤੋਂ ਗਲਤੀਆਂ ਹੋਈਆਂ ਮੈਂ ਮਾफ़ੀ ਮੰਗਣਾ, ਮੈਨੂੰ ਮਾफ़ ਕਰ ਦਿਓ। ਔਰ ਆਉਣ ਵਾਲੇ ਸਮੇਂ 'ਚ ਪ੍ਰਭੂ ਮੈਨੂੰ ਗਲਤੀਆਂ ਤੋਂ, ਗੁਨਾਹਾਂ ਤੋਂ, ਪਾਪ ਤੋਂ, ਅਪਰਾਧ ਤੋਂ, ਨਸ਼ਿਆਂ ਤੋਂ, ਵਿਭਚਾਰ ਤੋਂ, ਲਾਲਚ ਤੋਂ, ਭ੍ਰਿਸ਼ਟਾਚਾਰ ਤੋਂ ਪ੍ਰਭੂ ਮੈਨੂੰ ਬਚਾ ਕੇ ਰੱਖਿਓ। ਨਾ ਤਾਂ ਕੋਈ ਮੈਨੂੰ ਠੋਕਰ ਲਾ ਸਕੇ ਤੇ ਨਾ ਮੈਂ ਹੀ ਕਿਸੇ ਦੇ ਲਈ ਠੋਕਰ ਦਾ ਕਾਰਨ ਬਣਾ। ਜਦੋਂ ਤੁਸੀਂ ਇਸ ਤਰੀਕੇ ਨਾਲ ਪ੍ਰਾਰਥਨਾ ਕਰੋਗੇ ਐਵਰੀ ਡੇ ਮਾਰਨਿੰਗ ਦੇ ਵਿੱਚ, ਤੁਸੀਂ ਪਰਮੇਸ਼ਵਰ ਦੀ ਵਿਲ ਪੁੱਛੋ ਕਿ ਪ੍ਰਭੂ ਤੁਹਾਡੀ ਕੀ ਮਰਜ਼ੀ ਹੈ ਮੇਰੀ ਜ਼ਿੰਦਗੀ ਦੇ ਵਿੱਚ, ਪ੍ਰਭੂ ਅੱਜ ਤੁਹਾਡੀ ਮਰਜ਼ੀ ਮੇਰੀ ਜ਼ਿੰਦਗੀ 'ਚ ਪੂਰੀ ਹੋਏ, ਜਿੱਦਾਂ ਤੁਸੀਂ ਚਾਹੁੰਦੇ ਉੱਦਾਂ ਹੋਏ। ਪ੍ਰਭੂ ਤੁਹਾਡੇ ਵੱਲੋਂ ਭੇਜੇ ਹੋਏ ਫਰੈਂਡਸ ਮੈਨੂੰ ਮਿਲਣ, ਪ੍ਰਭੂ ਤੁਹਾਡੇ ਵੱਲੋਂ ਭੇਜੇ ਹੋਏ ਸੁਨੇਹੇ ਮੈਨੂੰ ਮਿਲਣ। ਰਾਤ ਨੂੰ ਵੀ ਕਹੋ ਪ੍ਰਭੂ ਸੁਪਨੇ ਵਿੱਚ ਗੱਲ ਕਰੋ, ਪ੍ਰਭੂ ਆਪਣੇ ਫਰਿਸ਼ਤਿਆਂ ਦੇ ਰਾਹੀਂ ਗੱਲ ਕਰੋ, ਪ੍ਰਭੂ ਜੀ ਦਰਸ਼ਨਾਂ ਦੇ ਰਾਹੀਂ ਗੱਲ ਕਰੋ। ਜਦੋਂ ਤੁਸੀਂ ਕਹੋਗੇ ਤੁਹਾਡੀ ਲਾਈਫ ਦੇ ਵਿੱਚ ਉਹ ਸਭ ਕੁਝ ਹੋਣ ਲੱਗ ਜਾਣਾ।
ਫਿਰ ਤੁਹਾਨੂੰ ਪਰਮੇਸ਼ਵਰ ਦੀ ਐਕਚੁਅਲ ਜਿਹੜੀ ਪਲੈਨਿੰਗ ਆ ਉਹ ਤੁਹਾਡੇ ਸਮਝ ਦੇ ਵਿੱਚ ਆ ਜਾਣੀ ਆ। ਔਰ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਬਹੁਤ ਇੰਜੋਏ ਕਰਨਾ ਹੈ, ਮੈਨੂੰ ਪਤਾ ਹੈ। ਔਰ ਅੱਜ ਦਾ ਇਹ ਮੈਸੇਜ ਜਿਹੜਾ ਸੀ ਯੂਥ ਦੇ ਲਈ ਸੀਗਾ, ਖਾਸ ਤੌਰ 'ਤੇ ਯੂਥ ਦੇ ਲਈ ਸੀ, ਔਰ ਕ੍ਰਿਸਚਨ ਯੂਥ ਦੇ ਪੇਰੈਂਟਸ ਦੇ ਲਈ ਵੀ ਸੀ, ਕਿਉਂਕਿ ਪੇਰੈਂਟਸ ਦਾ ਇੱਕ ਵੱਡਾ ਰੋਲ ਆ ਬੱਚਿਆਂ ਦੀ ਲਾਈਫ ਦੇ ਵਿੱਚ, ਔਰ ਉਹ ਆਪਾਂ ਨੂੰ ਪਲੇ ਕਰਨਾ ਹੀ ਪੈਣਾ, ਕਿਉਂਕਿ ਪਰਮੇਸ਼ਵਰ ਨੇ ਆਪਣੀ ਡਿਊਟੀ ਲਾਈ। ਬੱਚੇ ਸਾਡੇ ਨਹੀਂ ਆਏ, ਬੱਚੇ ਪਰਮੇਸ਼ਵਰ ਦੇ, ਅਸੀਂ ਇਹਨਾਂ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦਿੰਦੇ ਹਾਂ, ਪਰ ਪਰਮੇਸ਼ਵਰ ਨੇ ਸਾਡੀ ਡਿਊਟੀ ਲਾਈ ਆ ਕਿ ਅਸੀਂ ਇਹਨਾਂ ਦੀ ਸੇਵਾ ਕਰੀਏ, ਅਸੀਂ ਇਹਨਾਂ ਦੀ ਦੇਖਭਾਲ ਕਰੀਏ, ਔਰ ਚੰਗੇ ਤਰੀਕੇ ਦੇ ਨਾਲ ਕਰੀਏ, ਔਰ ਚੰਗੀਆਂ ਚੀਜ਼ਾਂ ਇਹਨਾਂ ਨੂੰ ਗਾਈਡ ਕਰੀਏ, ਟੀਚ ਕਰੀਏ, ਤਾਂ ਜੋ ਪਰਮੇਸ਼ਵਰ ਦੀ ਐਕਚੁਅਲ ਪਲੈਨਿੰਗ ਇਹਨਾਂ ਦੀ ਲਾਈਫ ਦੇ ਵਿੱਚ ਪੂਰੀ ਹੋਵੇ। ਸੋ ਮਾਈ ਡੀਅਰ ਫਰੈਂਡਸ, ਡੀਅਰ ਯੂਥ, ਫੇਸਬੁੱਕ ਫੈਮਿਲੀ, YouTube ਫੈਮਿਲੀ, ਜਿੰਨੇ ਸੋਸ਼ਲ ਮੀਡੀਆ ਦੇ ਯੂਜ਼ਰਸ, ਵਿਊਅਰਸ, ਲਿਸਨਰਸ, ਸਾਰਿਆਂ ਨੂੰ ਮੈਂ ਇੱਦਾਂ ਕਹਿੰਦੀ, ਪਲੀਜ਼ ਆਪਣੀ ਲਾਈਫ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਦਿਓ, ਆਪਣੇ ਗਲਤੀਆਂ ਤੋਂ ਤੌਬਾ ਕਰ ਲਓ। ਸਮਾਂ ਬਹੁਤ ਬੁਰਾ ਹੈ, ਜੇ ਤੁਸੀਂ ਬਚਣਾ ਚਾਹੁੰਦੇ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਜਾਓ। ਸੋ ਮੈਂ ਆਸ ਰੱਖਦੀ ਹਾਂ ਕਿ ਤੁਸੀਂ ਜ਼ਰੂਰ ਇਸ ਮੈਸੇਜ ਨੂੰ ਇੰਜੋਏ ਕੀਤਾ ਹੋਊਗਾ, ਔਰ ਤੁਸੀਂ ਆਪਣੇ ਜਿਨ੍ਹਾਂ ਨੇ ਸਿਆਣਿਆਂ ਨੇ ਦੇਖਿਆ ਤੇ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਮੈਸੇਜ ਸੁਣਾਉਣਗੇ, ਔਰ ਜਿਹੜੇ ਬੱਚੇ ਦੇਖ ਰਹੇ ਹੋ ਆਪਣੇ ਪੇਰੈਂਟਸ ਨੂੰ ਜ਼ਰੂਰ ਸੁਣਾਉਣਗੇ, ਔਰ ਜਿਹੜੇ ਤੁਹਾਡੇ ਕ੍ਰਿਸਚਨ ਫਰੈਂਡਸ ਆ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਇਹ ਮੈਸੇਜ ਜਿਹੜਾ ਆ ਸ਼ੇਅਰ ਕਰਿਓ, ਆਪਣੀ ਇੱਕ ਡਿਊਟੀ ਸਮਝ ਕੇ। ਇਸ ਲਈ ਨਹੀਂ ਕਿ ਇਹ ਭੈਣ ਗੁਰਸ਼ਰਨ ਨੇ ਬੋਲਿਆ, ਨੋ, ਇਸ ਲਈ ਨਹੀਂ, ਇਸ ਲਈ ਕਿ ਤੁਸੀਂ ਕਿਸੇ ਦੀ ਲਾਈਫ ਜਿਹੜੀ ਆ ਉਹਨੂੰ ਸੁਧਰਦਾ ਹੋਇਆ ਦੇਖਣਾ ਚਾਹੁੰਦੇ, ਤੁਸੀਂ ਕਿਸੇ ਦੀ ਲਾਈਫ ਨੂੰ ਬਰਬਾਦ ਹੋਣ ਤੋਂ ਬਚਾਉਣਾ ਚਾਹੁੰਦੇ। ਇਸ ਲਈ ਤੁਸੀਂ ਇਹ ਮੈਸੇਜ ਜਿਹੜਾ ਹੈ ਵੱਧ ਤੋਂ ਵੱਧ ਸਪਰੈਡ ਕਰਨਾ ਆ, ਵੱਧ ਤੋਂ ਵੱਧ ਸ਼ੇਅਰ ਕਰਨਾ ਆ, ਅਤੇ ਪਰਮੇਸ਼ਵਰ ਦੀ ਕਿਰਪਾ ਹਮੇਸ਼ਾ ਹਮੇਸ਼ਾ ਪਰਮੇਸ਼ਵਰ ਦੇ ਚਾਹੁਣ ਵਾਲਿਆਂ ਦੇ ਉੱਤੇ ਬਣੀ ਰਹੇ। ਜੈ ਮਸੀਹ।